80% ਜਿਹੜੇ ਸੈਂਪਲ ਹੁੰਦੇ ਨੇ ਫੇਲ ਹੁੰਦੇ ਹਨ, ਲੇਕਿਨ ਸਾਡੇ ਜਿਹੜੇ ਸਮਾਜ ਦੇ ਵਿੱਚ ਲੋਕ ਸਮਝਦੇ ਨੇ ਵੀ ਉਹ ਜਿਹੜੇ ਸੈਂਪਲ ਨੇ ਓਰੀਜਨਲ ਹੁੰਦੇ ਨੇ। ਜਿਵੇਂ ਜੈਨਰਿਕ ਮੈਡੀਸਿਨ ਹੈ ਜਾਂ ਐਥੀਕਲ ਮੈਡੀਕਲ ਮੈਡੀਸਿਨ ਹੈ, ਉਹਨਾਂ ਨੂੰ ਅਲੱਗ-ਅਲੱਗ ਕਰਕੇ ਰੇਟ ਜ਼ਿਆਦਾ ਕਰਕੇ ਵੇਚ ਰਹੇ, ਇਸ ਕਰਕੇ ਵੀ ਤਾਂ ਇਹਦਾ ਜਨਤਾ ਨੂੰ ਵੀ ਤਾਂ ਫਾਇਦਾ ਪਹੁੰਚੇਗਾ ਨਾ। ਪੰਜਾਬ ਦੇ ਵਿੱਚ ਡਰੱਗਸ ਦਾ ਬਹੁਤ ਬੜਾ ਧੰਦਾ ਹੋ ਰਿਹਾ ਹੈ, ਜਾਂ ਜਿਹੜਾ ਸਾਰਾ ਯੂਥ ਹੈ ਉਹ ਐਡਿਕਟ ਹੋ ਗਿਆ। ਹਾਲਾਂਕਿ ਤੁਹਾਨੂੰ ਪਤਾ ਹੈ ਵੀ ਦਵਾਈ ਕੋਈ ਨਸ਼ਾ ਨਹੀਂ ਹੈ, ਇਹ ਸਾਰੀਆਂ ਰਹਿਮਤ ਨੇ। ਇਹ ਜਿਹੜੀਆਂ ਡਿਪਰੈਸ਼ਨ ਦੀਆਂ ਦਵਾਈਆਂ ਨੇ, ਇਹ ਦਿਮਾਗੀ ਦਵਾਈਆਂ ਨੇ, ਉਸ ਤੋਂ ਬਿਨਾਂ ਆਦਮੀ ਪਾਗਲ ਹੋ ਜਾਏ। ਲੇਕਿਨ ਜਿਹੜੀ ਪੁਲਿਸ ਦੀਆਂ ਪਰੇਸ਼ਾਨੀਆਂ ਨੇ, ਪੁਲਿਸ ਆ ਕੇ ਰੇਡ ਮਾਰਦੀ ਹੈ ਜਾਂ ਚੱਕ ਲੈਂਦੀ ਹੈ, ਪਰਚਾ ਕੱਢ ਦਿੰਦੀ ਹੈ। ਕਿਸ ਤਰ੍ਹਾਂ ਦੇ ਤੁਹਾਡੇ 'ਤੇ ਪਰਚੇ ਦਰਜ ਕੀਤੇ ਜਾਂਦੇ ਹੈ, ਕੀ ਕਿਹਾ ਜਾਂਦਾ ਹੈ ਔਰ ਕੀ ਲੀਗਲ ਹੈ, ਕੀ ਲਾਅ ਹੈ? ਤੇ ਅਸੀਂ ਉਹਨਾਂ ਨੂੰ ਉਰਫੇ ਆਮ ਦੇ ਵਿੱਚ ਹੈਬਿਟ ਫਾਰਮਿੰਗ ਡਰੱਗਸ ਕਹਿੰਦੇ ਆ ਵੀ ਜੇ ਆਦਮੀ ਉਹਨਾਂ ਨੂੰ 2-4 ਮਹੀਨੇ ਲੈ ਲਵੇ ਤਾਂ ਉਹਨਾਂ ਦਾ ਆਦੀ ਹੋ ਜਾਂਦਾ। ਇਹਦੀ ਆੜ ਦੇ ਵਿੱਚ ਕੁਝ ਲੋਕਾਂ ਨੇ, ਪ੍ਰਾਈਵੇਟ ਲੋਕਾਂ ਨੇ ਦਵਾਈਆਂ ਦੀਆਂ ਦੁਕਾਨਾਂ ਕਰਕੇ ਉੱਪਰ ਲਿਖਵਾ ਲਿਆ ਮੋਦੀ ਖਾਨਾ। ਮਹਿੰਗੇ ਸਾਲਟ ਵੀ ਹੁੰਦੇ ਆ ਔਰ ਸਸਤੇ ਸਾਲਟ ਹੁੰਦੇ ਆ, ਜਾਂ ਕੰਪਨੀਆਂ ਮਹਿੰਗੀਆਂ ਔਰ ਸਸਤੀਆਂ ਹੁੰਦੀਆਂ? ਸਰ ਇੱਕ ਬਾਤ ਤੁਹਾਨੇ ਬਹੁਤ ਅੱਛਾ ਸਵਾਲ ਕੀਤਾ ਹੈ ਜੈਨਰਿਕ ਮੈਡੀਸਨ ਬਾਰੇ। ਮੈਂ ਸਰ ਇਹਦੇ ਬਾਰੇ ਦੱਸਣਾ ਚਾਹਾਂਗਾ ਵੀ ਪੰਜਾਬ ਕੈਮਿਸਟ ਐਸੋਸੀਏਸ਼ਨ ਇਹ ਚਾਹੁੰਦੀ ਹੈ ਵੀ ਉਹਦੇ ਪਰ ਇੱਕ ਮੈਂ ਪਹਿਲਾਂ ਚਾਹਾਂਗਾ ਕਿ ਜਿਹੜਾ ਮੇਰਾ ਪਹਿਲਾ ਸਵਾਲ ਹੈ ਉਹਦਾ ਜਵਾਬ ਤੁਸੀਂ ਦਿਓ ਕਿ ਵੀ ਕਿਤੇ ਨਾ ਕਿਤੇ ਇਹਦਾ ਜਨਤਾ ਦਾ ਫਾਇਦਾ ਨਹੀਂ ਹੈ। ਇਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪੈਟਰੋਲ ਜ਼ਰੂਰੀ ਹੈ, ਉਨੇ ਹੀ ਲਾਈਫਲਾਈਨ ਵਾਸਤੇ ਮੈਡੀਸਨ ਜ਼ਰੂਰੀ ਹੈ। ਕਿਤੇ ਕੋਈ ਇੱਦਾਂ ਦੀ ਕੋਈ ਗੱਲ ਆਈ ਹੈ ਕਿ ਵੀ ਮੈਡੀਸਨ ਦੀ ਵੀ ਜਿਹੜੀ ਰੇਟ ਹੈ ਕੰਟਰੋਲ ਹੋਣੀ ਚਾਹੀਦੀ ਹੈ? ਸਲਾਮ, ਸਤਿ ਸ਼੍ਰੀ ਅਕਾਲ, ਨਮਸਤੇ। ਮੈਂ ਹਾਂ ਹੁਸੈਨ ਸ਼ੇਖ ਤੇ ਅੱਜ ਫਿਰ ਇੱਕ ਵਾਰ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਕਿ ਕੁਝ ਸਮੱਸਿਆ ਨੂੰ ਲੈ ਕੇ, ਕੁਝ ਗੱਲਾਂ ਨੂੰ ਲੈ ਕੇ ਅਸੀਂ ਹਮੇਸ਼ਾ ਤੁਹਾਡੇ ਅੱਗੇ ਆਉਂਦੇ ਵੀ ਰਹਿੰਦੇ ਹਾਂ। ਅੱਜ ਵੀ ਅਸੀਂ ਕੁਝ ਸਮੱਸਿਆਵਾਂ ਲੋਕਾਂ ਦੀਆਂ ਲੈ ਕੇ ਤੁਹਾਡੇ ਸਾਹਮਣੇ ਆ ਰਹੇ ਹਾਂ ਤੇ ਅੱਜ ਤੁਸੀਂ ਜਾਣਦੇ ਹੋ ਕਿ ਜਿਹੜਾ ਮੈਡੀਕਲ ਲਾਈਨ ਹੈ ਉਹ ਲਾਈਫ ਲਾਈਨ ਮੰਨਿਆ ਜਾਂਦਾ ਹੈ। ਚਾਹੇ ਭਾਵੇਂ ਉਹ ਡਾਕਟਰ ਹੋਣ, ਚਾਹੇ ਉਹ ਮੈਡੀਕਲ ਵਾਲੇ ਹੋਣ, ਚਾਹੇ ਮੈਡੀਕਲ ਦੇ ਸ਼ਾਪਸ ਹੋਣ ਜਾਂ ਦਵਾਈਆਂ ਦੀ ਦੁਕਾਨਾਂ ਹੋਣ, ਉਹਨਾਂ ਨੂੰ ਵੀ ਲਾਈਫ ਲਾਈਨ ਦੇ ਵਿੱਚ ਮੰਨਿਆ ਜਾਂਦਾ ਹੈ। ਤੇ ਉਸੇ ਚੀਜ਼ ਨੂੰ ਲੈ ਕੇ, ਉਹਨਾਂ ਗੱਲਾਂ ਨੂੰ ਲੈ ਕੇ, ਉਹਨਾਂ ਦੀਆਂ ਪ੍ਰੋਬਲਮ ਨੂੰ ਲੈ ਕੇ ਅਸੀਂ ਅੱਜ ਤੁਹਾਡੇ ਸਾਹਮਣੇ ਆਏ। ਸਾਡੇ ਨਾਲ ਇਸ ਵਕਤ ਮੌਜੂਦ ਹੈ ਮਲੇਰਕੋਟਲਾ ਦੇ ਡਿਸਟ੍ਰਿਕਟ ਮਲੇਰਕੋਟਲਾ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਮਨਸੂਰ ਆਲਮ ਸਾਹਿਬ। ਇਹਨਾਂ ਨਾਲ ਅਸੀਂ ਗੱਲ ਕੀਤੀ ਕਿ ਵੀ ਤੁਹਾਨੂੰ ਕਿੱਦਾਂ ਦੀਆਂ ਪ੍ਰੋਬਲਮ ਆ ਰਹੀਆਂ, ਤਾਂ ਇਹਨਾਂ ਨੇ ਸਾਨੂੰ ਕਿਹਾ ਕਿ ਵੀ ਤੁਸੀਂ ਕਿਸੇ ਨਾਲ ਆਓ, ਸਾਡੇ ਕੋਲ ਬੈਠੋ, ਫਿਰ ਅਸੀਂ ਤੁਹਾਨੂੰ ਦੱਸੀਏ ਕਿ ਸਾਡੇ ਦਿਲ ਦਾ ਦਰਦ ਕੀ ਹੈ। ਤਾਂ ਉਹ ਦਿਲ ਦਾ ਦਰਦ ਅਸੀਂ ਸੁਣਨ ਵਾਸਤੇ ਅੱਜ ਇਹਨਾਂ ਕੋਲ ਆਏ ਹਾਂ। ਮਨਸੂਰ ਆਲਮ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਕਾਰਿਆਕਰਮ 'ਤੇ। ਤੇ ਕੀ ਕਹਿਣਾ ਚਾਹੋਗੇ, ਕੀ ਪ੍ਰੋਬਲਮਸ ਆ ਕੀ ਰਹੀਆਂ ਮੈਡੀਕਲ ਫੀਲਡ ਦੇ ਵਿੱਚ? ਹੁਸੈਨ ਸ਼ੇਖ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਦਵਾਈਆਂ ਵਾਲਿਆਂ ਦੇ, ਕੈਮਿਸਟਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਡੇ ਕੋਲੇ ਤਸ਼ਰੀਫ ਲੈ ਕੇ ਆਏ ਹੋ। ਮੈਂ ਜ਼ਿਲ੍ਹਾ ਮਲੇਰਕੋਟਲਾ ਕੈਮਿਸਟ ਐਸੋਸੀਏਸ਼ਨ ਦੀ ਤਰਫ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ। ਸਰ, ਸਭ ਤੋਂ ਪਹਿਲਾਂ ਸਾਨੂੰ ਜਿਹੜੀ ਸਮੱਸਿਆ ਅੱਜ ਕੱਲ੍ਹ ਆ ਰਹੀ ਆ ਉਹ ਔਨਲਾਈਨ ਦੀ ਜਿਹੜੀ ਸੇਲ ਹੈ ਉਸ ਕਰਕੇ ਆ ਰਹੀ ਹੈ, ਕਿਉਂਕਿ ਔਨਲਾਈਨ ਕੰਪਨੀਆਂ 1mg ਹੈ, ਟਾਟਾ ਦੀ ਹੈ ਅਤੇ ਟਰੂਮੈਡ ਹੈ, ਹੋਰ ਕਈ ਕੰਪਨੀਆਂ ਨੇ ਜਿਹੜੀਆਂ ਡਿਸਕਾਊਂਟ ਨੇ ਉਹ 10 ਤੋਂ ਲੈ ਕੇ 20% ਤੋਂ ਲੈ ਕੇ 25% ਤੱਕ ਦਿੰਦੀਆਂ ਹਨ। ਲੇਕਿਨ ਜਿਹੜੀ ਨਹੀਂ, ਮੈਂ ਇਹਦੇ 'ਚ ਤੁਹਾਨੂੰ ਬਾਰ-ਬਾਰ ਸਵਾਲ ਕਰਦਾ ਰਹਾਂਗਾ ਕਿ ਇਹ ਜੇ ਤੁਸੀਂ ਕਹਿੰਦੇ ਹੋ ਕਿ ਬੜੀਆਂ ਕੰਪਨੀਆਂ ਆ ਰਹੀਆਂ, ਕੀ ਨੁਕਸਾਨ ਪਹੁੰਚਾ ਰਹੀਆਂ ਬੜੀਆਂ ਕੰਪਨੀਆਂ ਤੁਹਾਨੂੰ? ਇਹ ਕਿੱਦਾਂ ਨੁਕਸਾਨ ਪਹੁੰਚਾ ਰਹੀਆਂ? ਸਰ, ਜਿਹੜੀ ਸਾਡੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ ਫਾਰਮਾਸਿਊਟੀਕਲ ਇੰਡਸਟਰੀ ਨਾਲ, ਉਹ ਸਾਡੀ 20% ਦੀ ਰਿਟੇਲਿੰਗ ਦੇ ਵਿੱਚ ਹੈ ਅਤੇ 8 ਤੋਂ ਲੈ ਕੇ 10% ਤੱਕ ਹੋਲਸੇਲ ਮਾਰਜਨ ਦੀ ਹੈ। ਲੇਕਿਨ ਜਦ ਲੋਕਾਂ ਨੂੰ ਔਨਲਾਈਨ ਦੇ ਵਿੱਚ 20%, 30% ਜਾਂ 25% ਦਵਾਈਆਂ ਮਿਲਣ ਲੱਗ ਜਾਣਗੀਆਂ, ਤਾਂ ਸਾਡੇ ਪਾਸ ਉਹ ਕੀ ਕਰਨ ਆਉਣਗੇ? ਸਾਡਾ ਕੰਮ ਬਹੁਤ ਸਫਰ ਕਰ ਰਿਹਾ ਹੈ। ਅਸੀਂ ਐਸੋਸੀਏਸ਼ਨ ਲੈਵਲ 'ਤੇ ਸਾਡੀ ਜਿਹੜੀ ਪੈਰੈਂਟਲ ਬੋਡੀਜ਼ ਨੇ, ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ AIOCD ਨੇ ਵੀ ਅਸੀਂ ਕੈਮੀਕਲ ਅਤੇ ਫਰਟੀਲਾਈਜ਼ਰ ਮਿਨਿਸਟਰੀ ਨੂੰ ਬਾਰ-ਬਾਰ ਲਿਖਿਆ ਹੈ। ਤਾਂ ਅਸੀਂ ਇੱਕ ਦਿਨ ਦੇ ਸਟ੍ਰਾਈਕ 'ਤੇ ਵੀ ਗਏ ਹਾਂ, ਲੇਕਿਨ ਸਾਡੀ ਗੌਰਮੈਂਟ ਨੇ ਕੋਈ ਸੁਣਵਾਈ ਨਹੀਂ ਕੀਤੀ ਹੈ। ਸਾਨੂੰ ਸਰ ਸਮੱਸਿਆ ਇਹ ਆ ਰਹੀ ਹੈ ਵੀ ਔਨਲਾਈਨ ਦੇ ਵਿੱਚ ਮਾਰਜਨ ਇੰਨਾ ਹੈ ਤਾਂ ਸਾਡਾ ਕਾਰੋਬਾਰ 'ਤੇ ਬਹੁਤ ਅਸਰ ਪੈ ਰਿਹਾ ਹੈ। ਇਸ ਲਈ ਅਸੀਂ ਗੌਰਮੈਂਟ ਦੀਆਂ ਪਾਲਿਸੀਆਂ ਨੂੰ ਇਸ ਲਈ ਨਿੰਦਾ ਕਰਦੇ ਹਾਂ ਵੀ ਤਾਂ ਕਿ ਜਿਹੜੇ 24,000 ਪੰਜਾਬ ਦੇ ਵਿੱਚ ਕੈਮਿਸਟ ਹਨ ਉਹ ਸਫਰ ਕਰ ਰਹੇ ਹਨ। ਇਹ ਜਿਵੇਂ ਤੁਸੀਂ ਗੱਲ ਕੀ ਹੈ ਕਿ ਜਿਹੜੀਆਂ AIG ਹੈ, ਟਾਟਾ ਹੈ, ਇਹ ਕੰਪਨੀਆਂ ਕੰਮ ਕਿੱਦਾਂ ਕਰਦੀਆਂ ਕਿ ਤੁਹਾਡੇ 'ਤੇ ਨੁਕਸਾਨ ਆਉਂਦਾ ਹੈ, ਤੁਹਾਡਾ ਨੁਕਸਾਨ ਹੁੰਦਾ ਇਹਦੇ ਵਿੱਚ? ਸਰ, ਸਾਨੂੰ ਟੋਟਲ ਜਿਹੜਾ ਸਾਡਾ ਮਾਰਜਨ ਹੈ ਉਹ ਤਕਰੀਬਨ ਰਿਟੇਲ ਦੇ ਵਿੱਚ 20% ਹੈ ਅਤੇ ਅਸੀਂ ਜੇ 20% ਦਾ ਮਾਰਜਨ ਅਸੀਂ ਲੋਕਾਂ ਨੂੰ, ਆਪਣੇ ਕਸਟਮਰ ਨੂੰ ਦਈਏ ਤਾਂ ਅਸੀਂ ਆਪਣੀ ਫੈਮਲੀਜ਼ ਦੇ ਕਿਸ ਤਰ੍ਹਾਂ ਕਰਾਂਗੇ, ਤਾਂ ਅਸੀਂ ਕਿਸ ਤਰ੍ਹਾਂ ਖਰਚੇ ਬੀਅਰ ਕਰਾਂਗੇ, ਸ਼ੌਪਸ ਦੇ ਕਿਸ ਤਰ੍ਹਾਂ ਅਸੀਂ ਆਪਣੇ ਖਰਚੇ ਚੱਕਾਂਗੇ ਅਤੇ ਸਾਡੇ ਜਿਹੜੇ ਸਟਾਫ ਹੈ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨੌਕਰੀਆਂ, ਸੈਲਰੀ ਦੇ ਪਾਵਾਂਗੇ। ਕਿਉਂਕਿ ਗੌਰਮੈਂਟ ਨੇ ਇਸ ਤਰ੍ਹਾਂ ਦੇ 4-5
ਆਨਲਾਈਨ ਲਾਇਸੈਂਸ ਇਸ਼ੂ ਕਰ ਦਿੱਤੇ ਹਨ ਤੇ ਸਾਨੂੰ ਬਾਰ-ਬਾਰ ਉਹਨਾਂ ਤੱਕ ਪਹੁੰਚਣਾ ਪੈ ਰਿਹਾ ਹੈ। ਐਜ਼ ਏ ਪ੍ਰੋਟੈਸਟ ਕਰ ਰਹੇ ਹਾਂ, ਮੈਮੋਰੈਂਡਮ ਦੇ ਰਹੇ ਹਾਂ, ਡੀਸੀ ਦੇ ਥਰੂ ਅਸੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਹੈ। ਅਸੀਂ ਡਾਇਰੈਕਟਲੀ ਸਫਰ ਕਰ ਰਹੇ ਹਾਂ। ਇਸ ਵਿੱਚ ਲੋਕਾਂ 'ਚ ਸਾਡਾ ਇੰਪ੍ਰੈਸ਼ਨ ਲੂਜ਼ ਹੋ ਰਿਹਾ ਹੈ। ਲੋਕ ਸਮਝ ਰਹੇ ਹਨ ਵੀ ਪਤਾ ਨਹੀਂ ਸਾਨੂੰ ਕਿੰਨਾ ਕੁ ਮਾਰਜਨ ਹੈ ਜਾਂ ਅਸੀਂ ਲੋਕਾਂ ਨੂੰ ਕਿੰਨਾ ਕੁ ਲੁੱਟ ਰਹੇ ਹਾਂ। ਵੀ ਆਲਰੇਡੀ ਜਿਹੜਾ 20-25-30% ਆਨਲਾਈਨ ਮੈਡੀਸਨ ਮਿਲ ਰਹੀ ਹੈ ਤੇ ਜਿਹੜੇ ਲੋਕਲ ਲੈਵਲ ਦੇ ਨੇ ਸਾਨੂੰ 20% ਕਿਉਂ ਨਹੀਂ ਦੇ ਪਾ ਰਹੇ। ਹਾਲਾਂਕਿ ਸਾਡਾ ਜਿਹੜਾ ਇਹ ਅੰਡਰਸਟੈਂਡਿੰਗ ਹੈ ਸਾਡੀ ਫਾਰਮਾਸਿਊਟੀਕਲ ਇੰਡਸਟਰੀ ਨਾਲ, ਉਹ 20% ਦੀ ਰਿਟੇਲਿੰਗ 'ਚ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ, ਤੇ 10% ਸਾਡੀ ਹੋਲਸੇਲ ਦੇ ਵਿੱਚ ਹੈ। ਸਾਡਾ ਹੋਰ ਮਾਰਜਨ ਨਹੀਂ ਹੈ। ਜੇ ਅਸੀਂ ਇਸ ਤਰ੍ਹਾਂ ਮਾਰਜਨ ਦਿੰਦੇ ਹਾਂ ਤਾਂ ਅਸੀਂ ਆਊਟਡੇਟਡ ਹੋ ਜਾਂਦੇ ਹਾਂ, ਤਾਂ ਅਸੀਂ ਆਪਣੇ ਖਰਚੇ ਨਹੀਂ ਕਰ ਪਾਵਾਂਗੇ। ਮਨਸੂਰ ਸਾਹਿਬ, ਕਿਤੇ ਨਾ ਕਿਤੇ ਤੁਹਾਡੀ ਗੱਲ ਤੋਂ ਇਹ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਸਰਕਾਰ ਦਾ ਮਾਮਲਾ ਨਹੀਂ ਹੈ, ਕਿਤੇ ਨਾ ਕਿਤੇ ਫਾਰਮਾਸਿਊਟੀਕਲ ਕੰਪਨੀਆਂ ਨੇ ਬੜੀ ਕੰਪਨੀਆਂ ਨਾਲ ਟਾਈ ਅਪ ਕਰ ਲਿਆ ਹੈ ਔਰ ਉਹ ਮਾਲ ਵੱਧ ਮੰਗਾ ਰਹੀਆਂ, ਇਸ ਕਰਕੇ ਉਹਨਾਂ ਨੂੰ ਡਿਸਕਾਊਂਟ ਜ਼ਿਆਦਾ ਮਿਲ ਰਿਹਾ ਹੈ ਤੇ ਤੁਸੀਂ ਕਿਉਂਕਿ ਘੱਟ ਮੰਗਾਉਂਦੇ ਹੋ ਮਾਲ, ਤਾਂ ਤੁਹਾਨੂੰ ਡਿਸਕਾਊਂਟ ਘੱਟ ਮਿਲਦਾ, ਇਸ ਕਰਕੇ ਉਹ ਵੱਧ ਡਿਸਕਾਊਂਟ ਦੇ ਰਹੇ ਆ, ਤੁਸੀਂ ਉਹ ਡਿਸਕਾਊਂਟ ਨਹੀਂ ਦੇ ਪਾ ਰਹੇ। ਕਿਤੇ ਨਾ ਕਿਤੇ ਇਹ ਗੱਲ ਸਹੀ ਨਹੀਂ ਹੈ। ਨਹੀਂ ਸਰ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਵੀ ਸਾਡੀ ਸੇਲਾਂ ਘੱਟ ਹੈ ਜਾਂ ਆਨਲਾਈਨ ਦੀ ਸਰਵਿਸ ਉਹ ਅੱਛੀ ਦੇ ਰਹੇ ਹਨ। ਅਸੀਂ ਵੀ ਲੋਕਾਂ ਨੂੰ ਅੱਛੀ ਸਰਵਿਸਿਜ਼ ਮੁਹੱਈਆ ਕਰਵਾ ਰਹੇ ਹਾਂ। ਅਸੀਂ ਵੀ ਲੋਕਾਂ 'ਤੇ ਵੈਰਾਈਟੀ ਜਿਹੜੀ ਹੈ ਅਸੀਂ ਥੋੜ੍ਹਾ ਬਹੁਤ ਅਸੀਂ ਵੀ ਸਟਾਰਟ ਕਰ ਦਿੱਤਾ ਡਿਸਕਾਊਂਟ ਦੇਣਾ, ਲੇਕਿਨ ਜਿਹੜਾ 4-5 ਪਲੇਅਰਸ ਨੇ, ਉਹ 4-5 ਪਲੇਅਰਾਂ ਨੂੰ ਲਾਇਸੈਂਸ ਦੇ ਕੇ ਗੌਰਮੈਂਟ ਨੇ, ਜਿਹੜਾ 8.5 ਲੱਖ ਕੈਮਿਸਟ ਹੈ ਜਾਂ ਫਾਰਮੇਸੀਜ਼ ਨੇ ਇੰਡੀਆ ਦੇ ਵਿੱਚ, ਉਹ ਸਾਰੇ ਸਾਡੇ ਮੈਂਬਰਸ ਡਿਸਟਰਬ ਹੋ ਗਏ ਹਨ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਕਿਸੇ ਮੈਗਾ ਮਾਰਟ ਜਾਂ ਵਿਸ਼ਾਲ ਮਾਰਟ ਜਾਂ ਕਿਸੇ ਹੋਰ ਵੀ ਆਨਲਾਈਨ ਮਿਲੇ ਤਾਂ ਉਹੀ ਰੇਟਾਂ 'ਤੇ ਸਾਨੂੰ ਅਸੀਂ ਵੀ ਆਪਣੇ ਕਸਟਮਰ ਨੂੰ ਦਵਾਈਆਂ ਮੁਹੱਈਆ ਕਰਵਾ ਸਕੀਏ। ਉਹੀ ਛੋਟੇ ਕਸਬਿਆਂ ਦੇ ਵਿੱਚ ਵੀ ਉਸੇ ਪ੍ਰਾਈਸ 'ਤੇ ਦਵਾਈ ਮਿਲੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਹੋਰ ਕੀ ਪ੍ਰੋਬਲਮਸ ਤੁਹਾਨੂੰ ਜਿਹੜੀਆਂ ਸਾਹਮਣੇ ਆ ਰਹੀਆਂ? ਸਰ, ਸਾਨੂੰ ਕਈ ਸਮੱਸਿਆਵਾਂ ਪੰਜਾਬ ਦੇ ਵਿੱਚ ਫੇਸ ਕਰਨੀਆਂ ਪੈ ਰਹੀਆਂ। ਇੱਕ ਸਰ, ਸਾਡੇ ਕੋਲੇ ਪੁਲਿਸ ਦੀ ਹਾਈ ਹੈਂਡਡਨੈਸ ਹੈ। ਸਾਨੂੰ ਕੋਈ ਡਿਪਾਰਟਮੈਂਟ ਦੇ ਵਿੱਚੋਂ ਬਾਕਾਇਦਾ ਜੇ ਕੋਈ ਸਰਕੂਲੇਸ਼ਨ ਦਾ ਇਨਫੋਰਮੇਸ਼ਨ ਨਹੀਂ ਆਉਂਦੀ। ਸਾਨੂੰ ਨਾਰਕੋਟਿਕਸ ਬਾਰੇ ਆ, ਅਸੀਂ ਬਾਰ-ਬਾਰ ਕਹਿ ਚੁੱਕੇ ਹਾਂ ਵੀ ਤੁਸੀਂ ਇਹਨਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਈਕੋਟ੍ਰੋਪਿਕਸ ਸਬਸਟੈਂਸਿਸ ਮੁਹੱਈਆ ਕਰਵਾ ਦਿਓ, ਜਾਂ ਅਸੀਂ ਕਹਿੰਦੇ ਹਾਂ ਜਨ ਔਸ਼ਧੀ ਮੋਦੀਖਾਨਿਆਂ ਦੇ ਇਸ ਤਰ੍ਹਾਂ ਦੇ ਨਾਰਕੋਟਿਕਸ ਜਾਂ ਸ਼ਡਿਊਲ ਐਚ ਦੀਆਂ ਦਵਾਈਆਂ ਮੁਹੱਈਆ ਕਰਵਾ ਦਿਓ, ਜਾਂ ਬਾਕਾਇਦਾ ਇੱਕ ਕੈਟਾਗੋਰਾਈਜ਼ ਇਹਨਾਂ ਨੂੰ ਕਰ ਲਓ, ਇਹਨਾਂ ਨੂੰ ਲਾਇਸੈਂਸ ਦੇ ਦਿਓ ਅਲੱਗ ਸੈਪਰੇਟ, ਤਾਂ ਕਿ ਉਹ ਸੇਲ ਪਰਚੇਜ ਦਾ ਆਪਣਾ ਰਿਕਾਰਡ ਰੱਖਣ। ਸਾਡਾ ਹਮੇਸ਼ਾ ਤਾਂ ਹੀ ਐਸੋਸੀਏਸ਼ਨ ਦਾ ਜਾਂ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਹੀ ਮੋਟੋ ਰਿਹਾ ਹੈ ਵੀ ਸੇਲ ਔਨ ਬਿੱਲ, ਪਰਚੇਜ ਔਨ ਬਿੱਲ। ਅਸੀਂ ਕਹਿੰਦੇ ਹਾਂ ਬਾਕਾਇਦਾ ਆਪਣਾ ਤੁਸੀਂ ਸਾਰਾ ਰਿਕਾਰਡ ਰੱਖੋ ਸੇਲ ਤੇ ਪਰਚੇਜ ਦਾ, ਤਾਂ ਕਿ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। ਤਾਂ ਜਿਵੇਂ ਤੁਸੀਂ ਜਾਣਦੇ ਹੋ ਵੀ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬਹੁਤ ਸਪੂਰੀਸ ਡਰੱਗਸ ਅਤੇ ਬਹੁਤ ਡੁਪਲੀਕੇਟਡ ਡਰੱਗਸ ਅਵੇਲੇਬਲ, ਰੇਟਾਂ ਦੀ ਬਹੁਤ ਫਲਕਚੁਏਸ਼ਨ ਆ। ਉਹ ਇਸੇ ਕਰਕੇ ਹੈ, ਸੈਂਪਲ ਲੋਕ ਵੇਚ ਰਹੇ ਹਨ। ਕੁਛ ਲੋਕ ਭੱਦਰ-ਪੁੱਛ ਇਸ ਪੇਸ਼ੇ ਦੇ ਵਿੱਚ ਸ਼ਾਮਲ ਹੋ ਗਏ ਹਨ ਪੈਸੇ ਦੇ ਲਾਲਚ ਦੇ ਵਿੱਚ। 80% ਜਿਹੜੇ ਸੈਂਪਲ ਹੁੰਦੇ ਨੇ ਉਹ ਫੇਲ ਹੁੰਦੇ ਹਨ, ਲੇਕਿਨ ਸਾਡੇ ਜਿਹੜੇ ਸਮਾਜ ਦੇ ਵਿੱਚ ਲੋਕ ਸਮਝਦੇ ਨੇ ਵੀ ਉਹ ਜਿਹੜੇ ਸੈਂਪਲ ਨੇ ਓਰੀਜਨਲ ਹੁੰਦੇ ਨੇ, ਲੇਕਿਨ ਮਿਸਕਨਸੈਪਸ਼ਨ ਹੋ ਰਹੀ ਹੈ। ਸਪੂਰੀਸ ਡਰੱਗਸ ਆ ਰਹੀਆਂ, ਮਾਰਕ ਫਲੱਡਡ ਆ ਰਹੀ ਹੈ, ਜਾਂ ਜਿਹੜੀਆਂ ਬੈਨ ਡਰੱਗਸ ਨੇ ਉਹਨਾਂ ਵਿੱਚ ਪਤਾ ਨਹੀਂ ਉਹ ਕਿੱਥੋਂ ਆ ਰਹੇ ਆ। ਅਸੀਂ ਕਹਿੰਦੇ ਹਾਂ ਐਸੋਸੀਏਸ਼ਨ ਲੈਵਲ 'ਤੇ ਜਾਂ ਪੰਜਾਬ ਕਮਿਸ਼ਨ ਇਹ ਕਹਿੰਦੀ ਹੈ ਵੀ ਉਹਨਾਂ ਦਾ ਪੰਜਾਬ ਦੇ ਵਿੱਚ ਬੈਨ ਕੀਤਾ ਜਾਵੇ। ਕਫ ਸਿਰਪ ਨੂੰ ਉਹਨਾਂ ਪਰ ਬੈਨ ਨਹੀਂ ਲੱਤਾ ਜਾਵੇ, ਉਹਨਾਂ ਦੀ ਐਂਟਰੀ ਹੀ ਬੈਨ ਕਰ ਦਿੱਤੀ ਜਾਵੇ ਪੰਜਾਬ ਦੇ ਵਿੱਚ, ਤਾਂ ਕਿ ਜਿਹੜਾ ਸਾਡਾ ਯੂਥ ਹੈ ਜਾਂ ਜਿਹੜਾ ਸਾਡਾ ਇਹ ਐਡਿਕਟ ਹੋ ਗਿਆ ਜਾਂ ਜਿਹੜਾ ਡਰੱਗਸ ਦੇ ਮਾਮਲੇ ਨੇ, ਜਾਂ ਸਾਡਾ ਜਿਹੜਾ ਰੈਪੂਟੇਸ਼ਨ ਹੈ ਨੌਜਵਾਨਾਂ ਦੀ ਵੀ ਪੰਜਾਬ ਦੇ ਵਿੱਚ ਡਰੱਗਸ ਦਾ ਬਹੁਤ ਬੜਾ ਧੰਦਾ ਹੋ ਰਿਹਾ ਹੈ, ਜਾਂ ਜਿਹੜਾ ਸਾਰਾ ਯੂਥ ਹੈ ਉਹ ਐਡਿਕਟ ਹੋ ਗਿਆ। ਅਸੀਂ ਇਹ ਆਪਣੇ ਉੱਪਰੋਂ ਇਹ ਸਟਿੱਕਰ ਲਾਉਣਾ ਚਾਹੁੰਦੇ ਹਾਂ ਵੀ ਸਾਡੇ ਇਸ ਤਰ੍ਹਾਂ ਦਾ ਯੂਥ ਦਾ ਕੋਈ ਐਸੀ ਸਮੱਸਿਆ ਨਹੀਂ ਹੈਗੀ, ਇਹ ਜ਼ਿਆਦਾ ਪ੍ਰੋਪਗੈਂਡਾ ਹੈ। ਇਸ ਪ੍ਰੋਪਗੈਂਡੇ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਵੀ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਕੰਮ ਉਰੇ ਹੋ ਰਿਹਾ ਹੈ। ਅਸੀਂ ਡਰੱਗਸ ਡਿਪਾਰਟਮੈਂਟ ਦੇ ਵੀ ਆਦੇਸ਼ਾਂ ਦੀ ਹਮੇਸ਼ਾ ਹੀ ਪਾਲਣਾ ਕਰਦੇ ਹਾਂ। ਜਿਹੜਾ ਆਉਂਦਾ ਹੈ ਜਾਂ ਸਾਡੇ ਸੰਬੰਧਿਤ ਡਰੱਗ ਇੰਸਪੈਕਟਰ ਹਨ, ਸਾਡੀ ਦੁਕਾਨ 'ਤੇ ਆਉਣ, ਹਮੇਸ਼ਾ ਆਉਂਦੇ ਨੇ, ਇੰਸਪੈਕਸ਼ਨ ਕਰਦੇ ਨੇ। ਉਹਨਾਂ ਦੀ ਡਿਊਟੀਜ਼ 'ਚ ਸ਼ਾਮਲ ਹੈ ਇੰਸਪੈਕਸ਼ਨ ਕਰਨੀ ਹੈ, ਜਾਂ ਅਸੀਂ ਜੋ ਵੀ ਸੈਂਪਲ ਭਰਨੇ ਹਨ ਉਹਨਾਂ ਦੀ ਡਿਊਟੀ ਸ਼ਾਮਲ ਹੈ। ਲੇਕਿਨ ਜਿਹੜੀ ਪੁਲਿਸ ਦੀਆਂ ਪਰੇਸ਼ਾਨੀਆਂ ਨੇ, ਪੁਲਿਸ ਆ ਕੇ ਰੇਡ ਮਾਰਦੀ ਹੈ ਜਾਂ ਚੱਕ ਲੈਂਦੀ ਹੈ, ਪਰਚਾ ਕੱਢ ਦਿੰਦੀ ਹੈ, ਉਹ ਸਾਨੂੰ ਕਿਸੇ ਵੀ ਹਾਲਤ 'ਚ ਕਾਬਲੇ ਕਬੂਲ ਨਹੀਂ ਹਨ। ਕਿਸ ਤਰ੍ਹਾਂ ਦੀ ਪੁਲਿਸ ਜਿਹੜੀ ਹੈ ਤੁਹਾਡੇ ਰੇਡ ਮਾਰਦੀ ਹੈ, ਕਿਸ ਤਰ੍ਹਾਂ ਦੇ ਤੁਹਾਡੇ 'ਤੇ ਪਰਚੇ ਦਰਜ ਕੀਤੇ ਜਾਂਦੇ ਹੈ, ਕੀ ਕਿਹਾ ਜਾਂਦਾ ਹੈ ਔਰ ਕੀ ਲੀਗਲ ਹੈ, ਕੀ ਲਾਅ ਹੈ, ਇਹਦੇ ਬਾਰੇ ਜ਼ਰਾ ਸਾਨੂੰ ਦੱਸੋ। ਸਰ, ਪੁਲਿਸ ਦਾ ਮਾਮਲਾ ਇਹ ਹੈ, ਕੋਈ ਉਹ
ਸਮਾਜ ਦੇ ਵਿੱਚ ਉਹ ਐਡਿਕਟ ਚੱਕਦੀ ਹੈ, ਉਹ ਕਿਸੇ ਦਾ ਨਾਮ ਦਵਾਈਆਂ ਵਾਲੇ ਦਾ ਲੈ ਲੈਂਦਾ ਹੈ, ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਉਹ ਬੰਦੇ ਨੂੰ ਚੱਕ ਕੇ ਉਹਦਾ ਪਰਚਾ ਕੱਢ ਦਿੰਦੀ ਹੈ। ਅਸੀਂ ਪੁਲਿਸ ਨੂੰ, ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਨੂੰ ਹਮੇਸ਼ਾ ਇਹ ਰਿਕੁਐਸਟ ਕਰਦੇ ਹਾਂ ਵੀ ਜੇ ਇਸ ਤਰ੍ਹਾਂ ਦਾ ਤੁਹਾਡੇ ਪਾਸ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਾਨੂੰ ਅਪਰੋਚ ਕੀਤੀ ਜਾਵੇ, ਸਾਨੂੰ ਉਸ ਬੰਦੇ ਦਾ ਨਾਮ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੇ ਕੋਲ ਜਾਈਏ ਜਾਂ ਉਹਨੂੰ ਸਮਝਾ ਸਕੀਏ। ਜੇ ਐਸੀਆਂ ਗੱਲਾਂ ਦੇ ਵਿੱਚ ਉਹ ਇਨਵੋਲਵ ਹੈ ਤਾਂ ਅਸੀਂ ਉਹਨੂੰ ਸਮਝਾ ਸਕੀਏ, ਅਗਰ ਨਹੀਂ ਸਮਝਦਾ ਹੈ ਤਾਂ ਅਸੀਂ ਹਮੇਸ਼ਾ ਹੀ ਵੈਲਕਮ ਕਹਿੰਦੇ ਹਾਂ ਵੀ ਸਮਾਜ ਦੇ ਵਿੱਚੋਂ ਐਸੀਆਂ ਜਿਹੜੀਆਂ ਬੁਰਾਈਆਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਹਨ। ਜੇ ਕਿਸੇ ਦੀ ਇੰਸਪੈਕਸ਼ਨ ਵੀ ਦੁਕਾਨ ਦੀ ਕਰਨੀ ਹੈ ਜਾਂ ਜੇ ਕਿਸੇ ਦੀ ਸ਼ਿਕਾਇਤ ਵੀ ਹੈ ਇਸ ਮਾਮਲੇ ਦੇ ਵਿੱਚ ਤਾਂ ਡਰੱਗ ਡਿਪਾਰਟਮੈਂਟ ਨੂੰ ਲੈ ਕੇ, ਡਰੱਗ ਇੰਸਪੈਕਟਰ ਸਾਹਿਬਾਂ ਨੂੰ ਲੈ ਕੇ ਤਾਂ ਉਹਦਾ ਦੁਕਾਨ ਦੀ ਛਾਣਬੀਨ ਕੀਤੀ ਜਾਣੀ ਚਾਹੀਦੀ ਹੈ ਜਾਂ ਉਹਦਾ ਸੇਲ ਪਰਚੇਜ਼ ਰਿਕਾਰਡ ਚੈੱਕ ਕੀਤਾ ਜਾਣਾ ਚਾਹੀਦਾ। ਲੇਕਿਨ ਅਸੀਂ ਇਹ ਵਿਰੋਧਤਾ ਕਰਾਂਗੇ ਅਗਰ ਪੁਲਿਸ ਆਪਣੇ ਬਿਹਾਫ 'ਤੇ ਜਾਂ ਆਪਣੇ ਇਕੱਲੇ ਹੀ ਉਸ ਬੰਦੇ 'ਤੇ ਕੋਈ ਰੇਡ ਕਰਦੀ ਹੈ ਜਾਂ ਉਹਦੇ ਪਰਚਾ ਕੱਢਦੀ ਹੈ, ਅਸੀਂ ਉਹਦੀ ਵਿਰੋਧਤਾ ਕਰਾਂਗੇ। ਸਾਡਾ ਕਹਿਣਾ ਇਹ ਹੈ ਵੀ ਸਾਡਾ ਇੱਕ ਅਲੱਗ ਬਿਲਕੁਲ ਇੰਡੀਪੈਂਡੈਂਟ ਡਿਪਾਰਟਮੈਂਟ ਹੈ ਜਿਹੜਾ ਇੱਕ ਸਿਸਟਮੈਟਿਕ ਹੈ, ਉਹ ਥੋਰੋਲੀ ਕੰਮ ਕਰਦਾ ਹੈ, ਉਹ ਉਹਦੇ ਕੋਲੇ ਪਾਵਰਾਂ ਨੇ, ਉਹ ਇੰਸਪੈਕਟ ਕਰ ਸਕਦਾ ਹੈ, ਉਹ ਹਰ ਚੀਜ਼ ਸੈਂਪਲ ਵਗੈਰਾ ਭਰੇ ਜਾ ਸਕਦੇ ਨੇ। ਔਰ ਦੂਸਰੀ ਬਾਤ ਹੈ ਜਿਹੜਾ ਇਸ ਤਰ੍ਹਾਂ ਦੇ ਕੋਈ ਦਵਾਈਆਂ ਸਾਡੇ ਕੋਈ ਮੈਂਬਰਸ ਤੋਂ ਮਿਲਦੀਆਂ ਹਨ, ਸਾਡਾ ਐਸੋਸੀਏਸ਼ਨ ਕਿਸੇ ਵੀ ਲੈਵਲ 'ਤੇ ਉਹਦਾ ਨਹੀਂ ਉਹਦੇ ਸਾਥ ਦਿੰਦੀ ਹੈ। ਮਸੂਦ ਸਾਹਿਬ, ਜੇ ਆਪਾਂ ਗੱਲ ਕਰੀਏ, ਹੁਣੀ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਕੰਪਨੀਆਂ ਹੈ, ਬੜੀਆਂ ਕੰਪਨੀਆਂ ਜਿਹੜੀਆਂ ਉਹ ਆ ਗਈਆਂ, ਉਹ ਮਾਰਜਨ ਜ਼ਿਆਦਾ ਦੇ ਰਹੀਆਂ ਹੈ, ਜਿਹੜਾ ਬੈਨੀਫਿਟ ਹੈ ਉਹ ਆਮ ਜਨਤਾ ਨੂੰ ਪਹੁੰਚ ਰਿਹਾ। ਕਿਤੇ ਨਾ ਕਿਤੇ ਜਿਹੜਾ ਕੈਮਿਸਟ ਸੀ ਉਹ ਨਹੀਂ ਪਹੁੰਚਾ ਪਾ ਰਿਹਾ ਸੀ, ਜਾਂ ਕਿਤੇ ਨਾ ਕਿਤੇ ਦਵਾਈਆਂ ਦੇ ਵਿੱਚ ਕੁਝ ਇੱਧਰ ਉੱਧਰ ਕਰ ਰਿਹਾ ਸੀ, ਜਿਵੇਂ ਜੈਨਰਿਕ ਮੈਡੀਸਿਨ ਹੈ ਜਾਂ ਐਥੀਕਲ ਮੈਡੀਕਲ ਮੈਡੀਸਿਨ ਹੈ, ਉਹਨਾਂ ਨੂੰ ਅਲੱਗ-ਅਲੱਗ ਕਰਕੇ ਰੇਟ ਜ਼ਿਆਦਾ ਕਰਕੇ ਵੇਚ ਰਿਹਾ। ਇਸ ਕਰਕੇ ਵੀ ਤਾਂ ਇਹਦਾ ਜਨਤਾ ਨੂੰ ਵੀ ਤਾਂ ਫਾਇਦਾ ਪਹੁੰਚੇਗਾ ਨਾ। ਸਰ ਇੱਕ ਬਾਤ ਤੁਹਾਨੇ ਬਹੁਤ ਅੱਛਾ ਸਵਾਲ ਕੀਤਾ ਹੈ ਜੈਨਰਿਕ ਮੈਡੀਸਨ ਬਾਰੇ। ਮੈਂ ਸਰ ਇਹਦੇ ਬਾਰੇ ਦੱਸਣਾ ਚਾਹਾਂਗਾ ਵੀ ਪੰਜਾਬ ਕੈਮਿਸਟ ਐਸੋਸੀਏਸ਼ਨ ਇਹ ਚਾਹੁੰਦੀ ਹੈ ਵੀ ਉਹਦੇ ਪਰ ਇੱਕ ਮੈਂ ਪਹਿਲਾਂ ਚਾਹਾਂਗਾ ਕਿ ਜਿਹੜਾ ਮੇਰਾ ਪਹਿਲਾ ਸਵਾਲ ਹੈ ਉਹਦਾ ਜਵਾਬ ਤੁਸੀਂ ਦਿਓ ਕਿ ਵੀ ਕਿਤੇ ਨਾ ਕਿਤੇ ਇਹਦਾ ਜਨਤਾ ਦਾ ਫਾਇਦਾ ਨਹੀਂ ਹੈ। ਇਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਸਰ ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਵੀ ਜੇ 2-3% ਜਾਂ 5% ਆਨਲਾਈਨ ਮੈਡੀਸਨ ਆਉਂਦੀ ਹੈ ਤਾਂ ਜਨਤਾ ਨੂੰ ਫਾਇਦਾ ਹੁੰਦਾ ਹੈ। ਲੇਕਿਨ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਹਾਲਾਤ ਨੇ ਉਹ ਆਨਲਾਈਨ ਚੀਜ਼ਾਂ ਮੰਗਵਾ ਕੇ ਉਸੇ ਰੇਟ 'ਤੇ ਸਾਤੋਂ ਉਹ ਡਿਮਾਂਡ ਕਰਦੇ ਨੇ ਤਾਂ ਮਾਰਕੀਟ ਦੇ ਵਿੱਚ ਕਨਫਿਊਜ਼ਨ ਪੈਦਾ ਹੁੰਦਾ ਹੈ ਵੀ ਇਹ ਇੰਨਾ ਸਸਤਾ ਹੈ ਜਾਂ ਇੰਨਾ। ਜਿਹੜੇ ਆਨਲਾਈਨ ਲੋਕ ਮੰਗਵਾਉਂਦੇ 10% ਜਿਹੜੇ ਆ ਪੱਕੇ ਤੌਰ ਪਰ ਕੋਈ ਨਾ ਕੋਈ ਏਲਮੈਂਟ ਤੋਂ ਜਾਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਹੈ ਜਾਂ ਕੋਈ ਹਾਰਟ ਦਾ ਪੇਸ਼ੈਂਟ ਹੈ ਜਿਹਨੇ ਲਗਾਤਾਰ ਦਵਾਈ ਖਾਣੀ ਹੈ ਜਾਂ ਕੋਈ ਬੀਪੀ ਦਾ ਮਰੀਜ਼ ਹੈ ਜਿਹਨੇ ਲਗਾਤਾਰ ਖਾਣੀ ਹੈ, ਉਹ ਮੰਗਵਾਉਂਦੇ ਜ਼ਰੂਰ ਹਨ ਲੇਕਿਨ ਬਾਅਦ 'ਚੋਂ ਕਨਫਿਊਜ਼ਨ ਪੈਦਾ ਹੁੰਦਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਕੰਪਨੀਆਂ ਉਹਨਾਂ ਨੂੰ 20-25% ਲੈਸ ਦੇ ਰਹੀਆਂ ਹਨ, 30% ਲੈਸ ਦੇ ਰਹੀਆਂ ਹਨ। ਲੇਕਿਨ ਸਰ ਦੂਸਰੇ ਪਾਸੇ ਦੇਖੋ ਵੀ ਅਸੀਂ ਲਾਇਸੈਂਸ ਇਸ਼ੂ ਕਰਕੇ ਗੌਰਮੈਂਟ ਨੇ 8.5 ਲੱਖ ਫਾਰਮੇਸੀਜ਼ ਨੂੰ ਜਾਂ ਫਾਰਮਾਸਿਸਟਾਂ ਨੂੰ ਜਾਂ ਦੁਕਾਨ ਕੈਮਿਸਟਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਉਹ ਉਸ ਲੈਵਲ 'ਤੇ ਜਾਂ ਤਾਂ ਉਹ ਜਿਹੜੇ ਫਾਰਮਾਸਿਊਟੀਕਲ ਇੰਡਸਟਰੀ ਹੈ ਉਹਦੇ ਨਾਲ ਦੁਬਾਰਾ ਕਰਾਰਦਾਦ ਕੋਈ ਹੋਵੇ ਵੀ ਤਾਂ ਕਿ ਜਿਹੜੇ 8.5 ਲੱਖ ਬੰਦਾ ਹੈ ਉਹਨਾਂ ਨੂੰ ਵੀ ਉਸੇ ਮਾਰਜਨ 'ਤੇ ਮਾਲ ਸਪਲਾਈ ਕੀਤਾ ਜਾਵੇ। ਕਿਉਂਕਿ ਤੁਸੀਂ ਜਾਣਦੇ ਹੋ ਵੀ ਜਿਵੇਂ ਸਾਡੇ ਛੋਟੇ ਸ਼ਹਿਰ ਨੇ, ਬੜੇ ਸ਼ਹਿਰ ਨੇ, ਛੋਟੇ ਸ਼ਹਿਰਾਂ ਵਿੱਚ ਅਸੀਂ ਕਿਸ ਕੁਆਂਟੀਟੀ 'ਤੇ ਮੈਡੀਸਨ ਮੰਗਵਾਉਂਦੇ ਹਾਂ, ਰੋਟੇਸ਼ਨ ਬੇਸ 'ਤੇ ਮੰਗਵਾਉਂਦੇ ਹਾਂ। ਜਾਂ ਪੰਜਾਬ ਦੇ ਵਿੱਚ ਦੇਖੋਗੇ ਵੀ ਤੁਸੀਂ ਦਿਹਾਤਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਦਵਾਈਆਂ 2-2 ਪੱਤੇ ਮੰਗਵਾਉਂਦੇ ਨੇ, ਜਾਂ ਜਿਸ ਤਰ੍ਹਾਂ ਦਾ ਉਸ ਪਿੰਡ ਦੇ ਵਿੱਚ ਜਾਂ ਉਸ ਇਲਾਕੇ ਦੇ ਵਿੱਚ ਮਰੀਜ਼ ਹੁੰਦਾ ਤਾਂ ਅਸੀਂ ਉਹਨਾਂ ਨੂੰ 1-1 2-2 ਪੱਤੇ ਮੰਗਵਾ ਕੇ ਉਹ ਆਪਣੀ ਪ੍ਰਿਸਕ੍ਰਿਪਸ਼ਨ ਨੂੰ ਮਤਲਬ ਪੂਰੀ ਕਰਦੇ ਹਾਂ ਤਾਂ ਕਿ ਬਿਜ਼ਨਸ ਵੀ ਚੱਲਦਾ ਰਹੇ ਤਾਂ ਐਕਸਪਾਇਰੀ ਬ੍ਰੇਕੇ ਦਾ ਕੋਈ ਝੰਜਟ ਨਾ ਹੋਵੇ। ਹੁਣੀ ਤੁਸੀਂ ਮੇਰੇ ਨਾਲ ਗੱਲ ਕੀਤੀ ਕਿ ਪੁਲਿਸ ਜਿਹੜੀ ਹੈ ਅਚਾਨਕ ਆ ਕੇ ਜਿਹੜਾ ਹੈ ਛਾਪਾ ਮਾਰ ਦਿੰਦੀ ਹੈ, ਚੈਕਿੰਗ ਕਰ ਦਿੰਦੀ ਹੈ। ਜੇ ਆਪਾਂ ਗੱਲ ਕਰੀਏ ਤਾਂ ਬੇਸਿਕਲੀ ਲੀਗਲੀ ਹੈ ਕੀ, ਲੀਗਲੀ ਉਹ ਕੀ ਕਰ ਸਕਦੀ ਹੈ, ਉਹ ਲੀਗਲੀ ਕੀ ਹੋ ਸਕਦਾ ਹੈ? ਸਰ ਜਿਸ ਤਰ੍ਹਾਂ ਤੁਸੀਂ ਪੁਲਿਸ ਦੀ ਬਾਤ ਕੀਤੀ ਹੈ ਉਹ ਲੀਗਲੀ ਉਹ ਕਰ ਸਕਦੀ ਹੈ। ਸਮਾਜ ਦੇ ਵਿੱਚ ਜਿਹੜੇ ਨਟੋਰੀਅਸ ਨੇ, ਜਿਹੜੇ ਐਡਿਕਟ ਨੇ, ਜਿਹੜੇ ਇਸ ਤਰ੍ਹਾਂ ਦਾ ਸਮਾਨ ਵੇਚਦੇ ਹਨ, ਜਿਸ ਤਰ੍ਹਾਂ ਤੁਸੀਂ ਪੰਜਾਬ ਬਾਰੇ ਜਾਣਦੇ ਹੋ ਵੀ ਚਿੱਟਾ ਅੱਜ ਕੱਲ੍ਹ ਬਹੁਤ ਜ਼ਿਆਦਾ ਵਿਕ ਰਿਹਾ ਹੈ, ਲੋਕ ਲਾ ਰਹੇ ਹਨ ਔਰ ਉਹਦੇ ਨਾਲ ਮੌਤਾਂ ਵੀ ਹੋ ਰਹੀਆਂ ਹਨ। ਸਾਡਾ ਕਹਿਣਾ ਇਹ ਹੈ ਜੇ ਪੁਲਿਸ ਨੇ ਕੋਈ ਦੁਕਾਨਦਾਰ ਐਸਾ ਡਰੱਗਸ ਵੇਚਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਪਲੀਜ਼ ਡਰੱਗ ਡਿਪਾਰਟਮੈਂਟ ਹੈਗਾ ਉਹਨਾਂ ਨਾਲ ਤਾਲਮੇਲ ਨਾਲ ਡਰੱਗ ਇੰਸਪੈਕਟਰ ਸਾਹਿਬ ਸਾਡੇ ਆਉਣ, ਉਹਨਾਂ ਨਾਲ ਉਹ ਪੁਲਿਸ ਛਾਣਬੀਨ ਕਰ ਸਕਦੀ ਹੈ। ਤਾਂ ਸਾਡਾ ਡਰੱਗ ਡਿਪਾਰਟਮੈਂਟ ਦਾ ਬੰਦਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਸਾਡੇ ਮੈਂਬਰ ਨਾਲ ਕੋਈ ਧੱਕਾ ਨਾ ਹੋਵੇ। ਕਿਆ ਪੁਲਿਸ ਐਂ ਕਰ ਰਹੀ ਹੈ ਕਿ ਉਹ ਵਿਦਆਊਟ ਡਰੱਗ ਇੰਸਪੈਕਟਰ ਆ ਜਾਂਦੀ ਹੈ? ਜੀ ਪਿਛਲੇ ਕਈ ਸਾਲਾਂ ਤੋਂ ਮਤਲਬ ਇਹ ਦੇਖਣ ਦੇ ਵਿੱਚ ਆਇਆ ਤਾਂ ਵੀ ਪੁਲਿਸ ਉਹ ਕੋਈ ਕੈਮਿਸਟ ਨੂੰ ਚੱਕ ਕੇ ਲੈ ਗਈ ਹੈ, ਉਹਦਾ ਪਰਚਾ ਕੱਟਤਾ ਹੈ। ਜਦ ਡਰੱਗ ਡਿਪਾਰਟਮੈਂਟ ਉੱਥੇ ਪਹੁੰਚਿਆ ਲੇਕਿਨ ਉਹਦਾ ਪਰਚਾ ਕੱਟਤਾ, ਪਰੇਸ਼ਾਨੀ ਕੀਤੀ ਹੈ। ਜਾਂ ਜਿਹੜੇ ਸਮਾਜ ਦੇ ਵਿੱਚ ਡਰੱਗ ਪੈਡਲਰ ਨੇ ਜਾਂ ਸਮਗਲਰ ਨੇ
ਉਹ ਪੁਲਿਸ ਜਦੋਂ ਉਹਨਾਂ ਨੂੰ ਚੱਕਦੀ ਹੈ ਤਾਂ ਉਹਨਾਂ ਨੂੰ ਫੀਡਬੈਕ ਲੈ ਕੇ ਫਿਰ ਉਹ ਕਾਰਵਾਈ ਕਰਦੀ ਹੈ। ਫਿਰ ਉਹ ਡਰੱਗ ਡਿਪਾਰਟਮੈਂਟ ਨੂੰ ਭਰੋਸੇ ਵਿੱਚ ਨਹੀਂ ਲੈਂਦੀ। ਸਾਡਾ ਕਹਿਣਾ ਹੈ ਵੀ ਡਰੱਗ ਡਿਪਾਰਟਮੈਂਟ ਦੇ ਨਾਲ ਸਾਡੇ ਤੇ ਮਤਲਬ ਹੈ ਦਵਾਈਆਂ ਦੇ ਜਿਹੜੇ ਸਾਡੇ ਅਸਲ ਡਾਇਰੈਕਟ ਇੰਚਾਰਜ ਹਨ ਉਹਦੇ ਨਾਲ ਆ ਕੇ ਸਾਨੂੰ ਮਿਲ ਸਕਦੇ ਹਨ। ਮਨਸੂਰ ਸਾਹਿਬ, ਕਿਤੇ ਨਾ ਕਿਤੇ ਜਿਹੜਾ ਡਰੱਗ ਦਾ ਦੇਖੋ ਕਾਰੋਬਾਰ ਹੈ ਚੱਲ ਰਿਹਾ ਹੈ, ਔਰ ਇਹ ਵੀ ਸੱਚ ਹੈ ਕਿ ਕੁਝ ਕਾਲੀਆਂ ਭੇਡਾਂ ਮੈਡੀਕਲ ਲਾਈਨ ਦੇ ਵਿੱਚ ਹੈਗੀਆਂ ਜਿਹੜਾ ਡਰੱਗ ਸਿਸਟਮ ਨੂੰ ਚਲਾ ਰਹੀਆਂ। ਇਹਦੇ ਬਾਰੇ ਸੁਜੈਸ਼ਨ ਕੀ ਹੈ ਕਿ ਇਹਨੂੰ ਖਤਮ ਕੀਤਾ ਜਾ ਸਕੇ? ਸਰ, ਅਸੀਂ ਵੀ ਇਸੇ ਸਮਾਜ ਦਾ ਇੱਕ ਹਿੱਸਾ। ਅਸੀਂ ਵੀ ਚਾਹੁੰਦੇ ਹਾਂ ਸਾਡਾ ਸਮਾਜ ਅੱਛਾ ਬਣੇ। ਅਸੀਂ ਵੀ ਚਾਹੁੰਦੇ ਹਾਂ ਸਾਡੇ ਬੱਚੇ ਇਸ ਸਮਾਜ ਦੇ ਵਿੱਚ ਵਧਣ ਫੁੱਲਣ, ਐਜੂਕੇਸ਼ਨ ਆਮ ਹੋਵੇ, ਮੈਡੀਕਲ ਦੀ ਫੈਸਿਲਿਟੀਜ਼ ਆਮ ਹੋਵੇ। ਜਿਹੜੇ ਬੁਰਾਈ ਨੇ ਇਹ ਨਸ਼ੇ ਕਰਕੇ ਤੁਸੀਂ ਦੇਖਿਆ ਹੋਣਾ ਵੀ ਸ਼ਹਿਰਾਂ ਦੇ ਵਿੱਚ ਜਿਹੜੀਆਂ ਚੋਰੀਆਂ ਜ਼ਿਆਦਾ ਵੱਧ ਰਹੀਆਂ ਹਨ ਉਹ ਨਸ਼ੇੜੀ ਲੋਕ ਹੀ ਕਰ ਰਹੇ ਹਨ। ਲੇਕਿਨ ਜਿਹੜੇ ਸਰਕਾਰ ਨੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਹਨ ਉਹ ਵੀ ਪ੍ਰੋਪਰ ਕੰਮ ਨਹੀਂ ਕਰ ਰਹੇ ਹਨ ਜਾਂ ਪ੍ਰੋਪਰ ਐਡਮਿਸ਼ਨ ਨਹੀਂ ਮਿਲ ਰਹੀ ਹੈ। ਅਸੀਂ ਚਾਹਾਂਗੇ ਵੀ ਜੇ ਸਰਕਾਰ ਪ੍ਰੋਪਰ ਇਹਦੇ ਪਰ ਨਸ਼ਾ ਛੁਡਾਊ ਕੇਂਦਰਾਂ ਦੀ ਤਾਦਾਦ ਵੀ बढ़ाई ਜਾਣੀ ਚਾਹੀਦੀ ਹੈ। ਦੂਸਰੀ ਬਾਤ ਇਹ ਹੈ ਵੀ ਜਿਹੜੇ ਵੀ ਨਸ਼ੇ ਦੇ ਇਸ ਤਰ੍ਹਾਂ ਦੇ ਸਮਗਲਰ ਹਨ, ਪੈਡਲਰ ਹਨ, ਉਹ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਨੇ। ਤੀਸਰੀ ਬਾਤ ਇਹ ਹੈ ਜਿਹੜਾ ਸਾਡਾ ਕੋਈ ਮੈਂਬਰ ਇਸ ਤਰ੍ਹਾਂ ਦਾ ਚੀਜ਼ਾਂ ਦੇ ਵਿੱਚ ਇਨਵੋਲਵ ਹੈ, ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਥਰੂ ਯਕੀਨ ਦਿਲਾਉਣਾ ਚਾਹੁੰਦਾ ਹਾਂ ਵੀ ਉਸ ਮੈਂਬਰ ਨਾਲ ਸਾਡਾ ਕੋਈ ਤਾਲੁਕ ਨਹੀਂ। ਔਰ ਕੋਈ ਆਦਮੀ ਕਹਿਦਾ ਹੈ ਵੀ ਅਸੀਂ ਉਹਦੀ ਹਮਾਇਤ ਲਈ ਜਾਂ ਅਸੀਂ ਥਾਣੇ ਜਾਂ ਡਰੱਗ ਡਿਪਾਰਟਮੈਂਟ 'ਚ ਜਾਵਾਂਗੇ, ਉਹ ਮੁਮਕਿਨ ਨਹੀਂ ਹੈ। ਅਸੀਂ ਕਹਿੰਦਾ ਉਹਦੇ ਪਰ ਜੋ ਵੀ ਬਣਦੀ ਕਾਰਵਾਈ ਹੈ ਡਰੱਗ ਡਿਪਾਰਟਮੈਂਟ ਦੀ ਉਹ ਹੋਣੀ ਚਾਹੀਦੀ ਹੈ। ਇੱਕ ਗੱਲ ਸਾਹਮਣੇ ਆਈ ਹੈ ਕਿ ਮਲੇਰਕੋਟਲਾ 'ਚ ਕੋਈ ਮੈਡੀਕਲ ਹਸਪੀਟਲ ਵੀ ਹੈ ਜਿਹੜਾ ਡਰੱਗਸ ਦੇ ਨਾਲ ਡੀਲ ਕਰ ਰਿਹਾ ਔਰ ਡਰੱਗ ਛੁਡਾਊ ਦਾ ਕਰਦਾ ਹੈ। ਤੁਸੀਂ ਪਹਿਲਾਂ ਵੀ ਮੇਰੇ ਨਾਲ ਜ਼ਿਕਰ ਕੀਤਾ ਸੀ ਕਿ ਜਿਹੜਾ ਡਰੱਗ ਹੈ ਜੇ ਸਰਕਾਰ ਆਪਣੀ ਹੋਲਡ 'ਚ ਹੀ ਲੈ ਲਵੇ ਇੱਦਾਂ ਦੇ ਡਰੱਗਸ ਨੂੰ, ਇਹ ਕੀ ਤੁਹਾਡਾ ਸਰਕਾਰ ਨੂੰ ਸੁਜੈਸ਼ਨ ਹੈ? ਸਰ, ਸਰਕਾਰ ਸਾਡੇ ਇੱਕ ਕੈਟਾਗਰੀ ਹੈ ਸ਼ੈਡਿਊਲ H ਹੈ ਡਰੱਗਸ ਦਾ, ਇੱਕ ਨਾਰਕੋਟਿਕਸ ਹੈ, ਇੱਕ ਸਾਈਕੋਟ੍ਰੋਪਿਕ ਸਬਸਟੈਂਸਿਸ ਹੁੰਦੀਆਂ ਹਨ ਜਿਹੜੀਆਂ ਸਕੈਟਰੀ ਦੇ ਡਾਕਟਰ ਇਸਤੇਮਾਲ ਕਰਦੇ ਹਨ ਰੂਟੀਨ ਦੇ ਵਿੱਚ। ਅਸੀਂ ਉਹਨਾਂ ਨੂੰ ਉਰਫੇ ਆਮ ਦੇ ਵਿੱਚ ਹੈਬਿਟ ਫਾਰਮਿੰਗ ਡਰੱਗਸ ਕਹਿੰਦੇ ਹਾਂ ਵੀ ਜੇ ਆਦਮੀ ਉਹਨਾਂ ਨੂੰ 2-4 ਮਹੀਨੇ ਲੈ ਲਵੇ ਤਾਂ ਉਹਨਾਂ ਦਾ ਆਦੀ ਹੋ ਜਾਂਦਾ ਹੈ। ਅਸੀਂ ਸਰਕਾਰ ਨੂੰ ਇਹ ਰਿਕੁਐਸਟ ਕੀਤੀ ਸੀ ਵੀ ਉਹ ਬਾਕਾਇਦਾ ਜਿਹੜੀਆਂ ਵੀ ਉਹਨਾਂ ਦੇ ਸਿਵਲ ਹਸਪੀਟਲ ਉਹਨਾਂ ਵਿੱਚ ਬਾਕਾਇਦਾ ਫਾਰਮੇਸੀ ਜਾਂ ਉਹ ਇਸ ਤਰ੍ਹਾਂ ਦੀਆਂ ਦਵਾਈਆਂ ਸ਼ੈਡਿਊਲ H ਜਾਂ ਨਾਰਕੋਟਿਕਸ ਜਾਂ ਹੈਬਿਟ ਫਾਰਮਿੰਗ ਡਰੱਗਸ ਵਗੈਰਾ ਰਖਵਾਉਣ। ਦੂਸਰੀ ਬਾਤ ਇਹ ਹੈ ਵੀ ਆਇਆ ਸਪੈਸ਼ਲ ਕੋਈ ਇੱਕ ਸ਼ਹਿਰ ਦੇ ਵਿੱਚ ਲਾਇਸੈਂਸ ਦੇਣ ਤਾਂ ਕਿ ਉਹਦੀ ਸੇਲ ਤੇ ਪਰਚੇਜ਼ ਦਵਾਈਆਂ ਦੀ ਅੱਛੀ ਤਰ੍ਹਾਂ ਪਾਲਣਾ ਹੋ ਸਕੇ। ਤੀਸਰੀ ਬਾਤ ਇਹ ਹੈ ਜਿਹੜੀ ਜਨ ਔਸ਼ਧੀ ਦੁਕਾਨਾਂ ਮੋਦੀ ਸਾਹਿਬ ਦੀਆਂ ਖੁੱਲ੍ਹੀਆਂ ਹੋਣ, ਸਰਕਾਰ ਉਹਦੇ ਪਰ ਵੀ ਰੁਕਾ ਦੇਵੇ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਕਿ ਕੋਈ ਜਿਹੜਾ ਵੀ ਇੰਪਰੈਸ਼ਨ ਸਾਡਾ ਦਵਾਈਆਂ ਵਾਲਿਆਂ ਦਾ ਜਾਂ ਕੈਮਿਸਟਾਂ ਦਾ ਇਹ ਇੰਪਰੈਸ਼ਨ ਲੂਜ਼ ਹੋ ਰਿਹਾ ਹੈ ਵੀ ਇਹ ਨਸ਼ੇ ਦਾ ਕਾਰੋਬਾਰ ਕਰਦੇ ਹਨ। ਹਾਲਾਂਕਿ ਤੁਹਾਨੂੰ ਪਤਾ ਹੈ ਵੀ ਦਵਾਈ ਕੋਈ ਨਸ਼ਾ ਨਹੀਂ ਹੈ, ਇਹ ਸਾਰੀਆਂ ਰਹਿਮਤ ਨੇ। ਇਹ ਜਿਹੜੀਆਂ ਡਿਪਰੈਸ਼ਨ ਦੀਆਂ ਦਵਾਈਆਂ ਨੇ ਇਹ ਦਿਮਾਗੀ ਦਵਾਈਆਂ ਨੇ, ਉਸ ਤੋਂ ਬਿਨਾਂ ਆਦਮੀ ਪਾਗਲ ਹੋ ਜਾਏ। ਇਹਦਾ ਮਿਸਕਨਸੈਪਸ਼ਨ ਇਹ ਹੈ ਵੀ ਦਵਾਈਆਂ ਵਾਲੇ, ਹਾਲਾਂਕਿ ਜਿਹੜੀਆਂ ਵੀ ਦਵਾਈਆਂ ਬਣੀਆਂ ਨੇ ਉਹ ਬੰਦੇ ਦੀ ਬੋਡੀ ਲਈ ਬਣੀਆਂ ਨੇ, ਬੰਦੇ ਦੀ ਹੀਲਿੰਗ ਲਈ ਬਣੀਆਂ ਨੇ, ਬੰਦੇ ਦੀ ਸਿਹਤ ਲਈ ਬਣੀਆਂ ਨੇ, ਲੇਕਿਨ ਉਹਨਾਂ ਦਾ ਮਿਸਯੂਜ਼ ਕਿਤੇ ਨਾ ਕਿਤੇ ਹੋ ਜਾਂਦਾ ਹੈ। ਉਸ ਕਰਕੇ ਉਸ ਬੰਦੇ ਐਡਿਕਟ ਹੋ ਜਾਂਦਾ। ਅਸੀਂ ਚਾਹੁੰਦੇ ਹਾਂ ਪੰਜਾਬ ਕੈਮਿਸਟ ਐਸੋਸੀਏਸ਼ਨ ਇਹ ਚਾਹੁੰਦੀ ਹੈ ਵੀ ਬਾਕਾਇਦਾ ਇਸ ਤਰ੍ਹਾਂ ਦਾ ਕੋਈ ਸਿਸਟਮ ਚਾਹੇ ਗੌਰਮੈਂਟ ਡਰੱਗ ਡਿਪਾਰਟਮੈਂਟ ਕਰੇ ਚਾਹੇ ਹੈਲਥ ਡਿਪਾਰਟਮੈਂਟ ਕਰੇ। ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਦਰਖਾਸਤ ਕਰੂੰਗਾ ਵੀ ਉਹ ਇਸ ਤਰ੍ਹਾਂ ਦਾ ਕੋਈ ਨਾ ਕੋਈ ਫਾਰਮੇਸੀਜ਼ ਖੋਲ੍ਹਣ, ਜਾਂ OP ਸੋਨੀ ਸਾਹਿਬ ਨੂੰ ਵੀ ਪਿੱਛੇ ਸਾਡੇ ਸ਼੍ਰੀ ਸੁਰਿੰਦਰ ਦੁੱਗਲ ਜੀ ਜਿਹੜੇ ਸਾਡੇ ਪ੍ਰਧਾਨ ਪੰਜਾਬ ਦੇ ਮਿਲੇ ਤੇ, ਕਿਉਂਕਿ ਤਰਨ ਔਰ ਉੱਥੇ ਕੁਛ ਰੇਡਾਂ ਹੋਈਆਂ ਦੀਆਂ ਪੁਲਿਸ ਨੇ ਕੀਤੀਆਂ ਤੇ ਅਸੀਂ ਉਹਨਾਂ ਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਤੁਸੀਂ ਡਰੱਗ ਡਿਪਾਰਟਮੈਂਟ ਨਾਲ ਰੇਡਾਂ ਕਰੋ ਤਾਂ ਵੈਲਕਮ। ਜੋ ਵੀ ਕੋਈ ਸਾਡਾ ਇਸ ਤਰ੍ਹਾਂ ਦਾ ਬੰਦਾ ਹੈਗਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀ ਮੋਦੀ ਔਸ਼ਧੀ ਬਣੇ ਹੈ, ਸਮਥਿੰਗ ਕੁਛ ਹੈ ਨਾਮ ਇੱਦਾਂ ਦਾ, ਮੋਦੀ ਔਸ਼ਧੀ ਹੈ, ਅਤੇ ਤੁਹਾਡੀਆਂ ਦੁਕਾਨਾਂ ਇਹਨਾਂ 'ਚ ਕੀ ਫ਼ਰਕ ਹੈ? ਕਿੱਦਾਂ ਦਾ ਫ਼ਰਕ ਹੈ? ਕਿੱਦਾਂ ਦੀਆਂ ਦਵਾਈਆਂ ਮਿਲਦੀਆਂ? ਜਿਹੜੀਆਂ ਉੱਥੇ ਦਵਾਈਆਂ ਮਿਲ ਰਹੀਆਂ ਉਹ ਜੈਨਰਿਕ ਹੈ ਜਾਂ ਐਥੀਕਲ ਹੈ ਜਾਂ ਕੰਮ ਦੀਆਂ ਹੈ ਨਹੀਂ ਹੈ, ਜਾਂ ਇਹ ਵਾਲੀਆਂ ਦਵਾਈਆਂ ਕੰਮ ਦੀਆਂ ਕਿੱਦਾਂ ਦੀਆਂ? ਕੋਸਟਲੀ ਕਿੱਦਾਂ ਹੈ? ਕੋਸਟ ਕੀ ਫ਼ਰਕ ਹੈ? ਕਿੱਦਾਂ ਹੋਇਆ ਹੈ? ਸਰ, ਉਹ ਜਿਹੜੀਆਂ ਜਨ ਔਸ਼ਧੀ ਦੀਆਂ ਦਵਾਈਆਂ ਨੇ ਉਹ ਬਹੁਤ ਕਮ MRP ਪ੍ਰਾਈਸਿਸ 'ਤੇ ਨੇ ਔਰ ਉਹ ਸਪੈਸ਼ਲੀ ਜਿਹੜੇ ਗਰੀਬ ਗੁਰਬਾ ਲੋਕ ਨੇ ਉਹਨਾਂ ਲਈ ਬਣਾਈਆਂ ਗਈਆਂ ਨੇ। ਅਸੀਂ ਸਰ ਉਹ ਸਿਸਟਮ ਨੂੰ ਵੈਲਕਮ ਕਰਦੇ ਹਾਂ ਵੀ ਜੇ ਕੁਛ ਲੋਕ ਸਸਤੀਆਂ ਦਵਾਈਆਂ ਖਰੀਦਣਾ ਚਾਹੁਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਇਹਦੀ ਆੜ ਦੇ ਵਿੱਚ ਕੁਛ ਲੋਕਾਂ ਨੇ ਪ੍ਰਾਈਵੇਟ ਲੋਕਾਂ ਨੇ ਦਵਾਈਆਂ ਦੀਆਂ ਦੁਕਾਨਾਂ ਕਰਕੇ ਉੱਪਰ ਲਿਖਵਾ ਲਿਆ ਮੋਦੀ ਖਾਨਾ,
ਅਸੀਂ ਇਹ ਵੀ ਡਰੱਗ ਡਿਪਾਰਟਮੈਂਟ ਨੂੰ ਸ਼ਿਕਾਇਤ ਕੀਤੀ ਸੀ ਵੀ ਇਹ ਨਾਮ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਹੈ। ਮੋਦੀ ਖਾਨੇ ਦਾ ਨਾਮ ਲਿਖ ਕੇ ਫਿਰ ਤਾਂ 20% ਲੈਸ ਕਰਕੇ ਪਲੱਸ ਉਹ ਹੋਰ ਜੈਨਰਿਕ ਦਵਾਈਆਂ ਫਿਰ ਉਹ ਲੋਕਾਂ ਨੂੰ ਐਕਸਪਲਾਇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਨਾਮ ਨੂੰ ਵੀ ਐਕਸਪਲਾਇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਅਸੀਂ ਕਹਿੰਦੇ ਹਾਂ ਵੀ ਗੌਰਮੈਂਟ ਦਾ ਇੱਕ ਬਹੁਤ ਅੱਛਾ ਉਪਰਾਲਾ ਹੈ ਵੀ ਜਿਹੜੇ ਲੋਕ ਦਵਾਈਆਂ ਸਸਤੀਆਂ ਖਰੀਦਣਾ ਚਾਹੁੰਦੇ ਹਨ ਜਾਂ ਨਹੀਂ ਅਫੋਰਡ ਕਰ ਸਕਦੇ ਹਨ ਤਾਂ ਮੋਦੀ ਖਾਨੇ ਦੇ ਵਿੱਚੋਂ ਬਹੁਤ ਬੜੀ ਵੈਰਾਈਟੀ ਅਵੇਲੇਬਲ ਹੈ। ਉਹਦੇ ਵਿੱਚ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਹਾਰਟ ਦੀਆਂ ਦਵਾਈਆਂ ਹਨ, ਬਹੁਤ ਤਰ੍ਹਾਂ ਦੀਆਂ ਦਵਾਈਆਂ ਹਨ। ਅਸੀਂ ਅਪਰੀਸ਼ੀਏਟ ਕਰਦੇ ਹਾਂ ਗੌਰਮੈਂਟ ਨੂੰ ਵੀ ਉਹਨੇ ਬਹੁਤ ਅੱਛਾ ਇਹ ਕਦਮ ਚੁੱਕਿਆ ਹੈ। ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਹਰ ਡਾਕਟਰ ਆਪਣੇ ਆਫਿਸ ਦੇ ਅੰਦਰ ਹੀ ਜਾਂ ਆਪਣੇ ਕਲੀਨਿਕ ਦੇ ਅੰਦਰ ਹੀ ਮੈਡੀਸਿਨ ਦੀਆਂ ਸ਼ਾਪਸ ਖੋਲ੍ਹ ਰਿਹਾ ਹੈ। ਕੀ ਕਾਰਨ ਹੈ, ਕੀ ਜ਼ਰੂਰਤ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਕਰਨ ਦੀ, ਕਿਉਂਕਿ ਜਦ ਕਿ ਪੂਰੇ ਸ਼ਹਿਰ 'ਚ ਮੈਡੀਸਿਨ ਦੀਆਂ ਸ਼ਾਪਸ ਹੁੰਦੀਆਂ ਨੇ? ਹੁਸੈਨ ਸਾਹਿਬ ਇਹ ਵੀ ਬਹੁਤ ਅੱਛਾ ਸਵਾਲ ਹੈ। ਪਿਛਲੇ ਬਹੁਤ ਕੁਝ ਸਾਲਾਂ ਤੋਂ ਜਿਹੜਾ ਨਰਸਿੰਗ ਹੋਮ ਤੇ ਹਸਪੀਟਲ ਤੇ ਉਹਨਾਂ ਵਿੱਚ ਫਾਰਮੇਸੀਜ਼ ਹੁੰਦੀਆਂ ਥੀਆਂ ਤਾਂ ਕੋਈ ਕੁਆਲੀਫਾਈਡ ਉੱਥੇ ਫਾਰਮਾਸਿਸਟ ਨਹੀਂ ਹੁੰਦਾ ਸੀ ਤੇ ਲੇਕਿਨ ਹੁਣ ਡਿਪਾਰਟਮੈਂਟ ਨੇ ਕੋਸ਼ਿਸ਼ ਕੀਤੀ ਹੈ ਵੀ ਜੋ ਵੀ ਕਿਸੇ ਨਰਸਿੰਗ ਹੋਮ 'ਚ ਜਾਂ ਹਸਪੀਟਲ ਦੇ ਵਿੱਚ ਕੋਈ ਦਵਾਈਆਂ ਦੀ ਦੁਕਾਨ ਜਾਂ ਫਾਰਮੇਸੀ ਖੋਲ੍ਹੇ ਤਾਂ ਕਮ ਸੇ ਕਮ ਉਹ ਦੁਕਾਨ ਡਿਪਾਰਟਮੈਂਟ ਤੋਂ ਪਾਸ ਹੋਣੀ ਚਾਹੀਦੀ ਹੈ ਔਰ ਕੁਆਲੀਫਾਈਡ ਪਰਸਨ ਉੱਥੇ ਹੋਣਾ ਚਾਹੀਦਾ ਹੈ। ਲੇਕਿਨ ਇਸ ਦੇ ਬਾਵਜੂਦ ਵੀ ਕੁਝ ਦਵਾਈਆਂ ਉਹਨਾਂ ਦੀਆਂ ਮੋਨੋਪੋਲੀ ਟਾਈਪ ਨੇ, ਚਾਹੇ ਕਹ ਲਓ ਡਾਕਟਰਸ ਦੀਆਂ ਆਪਣੀਆਂ ਮੈਨੂਫੈਕਚਰ ਬ੍ਰਾਂਡ ਨੇ ਜਾਂ ਕੁਝ ਕਹ ਲਓ ਕਈ ਦਫਾ ਇਹ ਵੀ ਦੇਖਣ ਦੇ ਵਿੱਚ ਆਇਆ ਵੀ ਉਹਨਾਂ ਪਰ MRP ਜ਼ਿਆਦਾ ਹੁੰਦਾ ਹੈ। ਕਈ ਦਫਾ ਇਹ ਵੀ ਦੇਖਣ 'ਚ ਆਇਆ ਵੀ ਕੁਝ ਕੰਪਨੀਆਂ ਡਾਕਟਰ ਸਾਹਿਬ ਨਾਲ ਅੰਡਰਸਟੈਂਡਿੰਗ ਕਰਕੇ ਸਿਰਫ ਉੱਥੇ ਹੀ ਉਹ ਦਵਾਈਆਂ ਰਖਵਾਉਂਦੇ ਹਨ ਤਾਂ ਬਾਕੀ ਸ਼ਹਿਰ ਦੇ ਵਿੱਚ ਉਹਨਾਂ ਦੀ ਅਵੇਲੇਬਿਲਟੀ ਨਹੀਂ ਹੁੰਦੀ ਹੈ। ਨਹੀਂ, ਫਿਰ ਇਹਦਾ ਉਹ ਡਾਕਟਰਾਂ ਨੂੰ ਕੌਣ ਰੋਕੇਗਾ, ਕਿਵੇਂ ਰੁਕਣਗੇ, ਕੋਈ ਇਹਦਾ ਹੱਲ ਕੀ ਹੈ, ਕੋਈ ਹੱਲ? ਕਿਉਂਕਿ ਇਹਦੇ ਨਾਲ ਤਾਂ ਆਮ ਜਨਤਾ ਨੂੰ, ਜੇ ਉਹਨੇ ਡਾਕਟਰ ਨੇ ਆਪਣੇ ਅੰਦਰ ਇਹ ਕਲੀਨਿਕ ਖੁਲਵਾ ਲਿਆ, ਇਹ ਮੈਡੀਸਿਨ ਦੀ ਸ਼ਾਪ ਖੁਲਵਾ ਲਈ, ਇਸ ਦਾ ਮਤਲਬ ਨੈਚੁਰਲ ਹੈ ਕਿ ਡਾਇਰੈਕਟ ਉਹਦਾ ਬੈਨੀਫਿਟ ਜਾ ਰਿਹਾ ਹੈ ਤਾਂ ਉਹ ਵੱਧ ਤੋਂ ਵੱਧ ਦਵਾਈਆਂ ਲਿਖੇਗਾ, ਮਹਿੰਗੇ ਤੋਂ ਮਹਿੰਗੀਆਂ ਦਵਾਈਆਂ ਲਿਖੇਗਾ ਤਾਂ ਕਿ ਵੱਧ ਤੋਂ ਵੱਧ ਰੈਵਨਿਊ ਇਕੱਠਾ ਹੋ ਸਕੇ। ਸਰ ਸਾਡੀ ਐਸੋਸੀਏਸ਼ਨ ਲੈਵਲ 'ਤੇ ਇਹੀ ਡਿਮਾਂਡ ਹੈ ਵੀ ਡਾਕਟਰ ਸਾਹਿਬ ਐਸਾ ਬ੍ਰਾਂਡ ਲਿਖਣ ਜਿਹੜੀ ਨਾ ਹਰ ਬੰਦੇ ਨੂੰ ਅਵੇਲੇਬਲ ਸਾਰੇ ਸ਼ਹਿਰ ਦੇ ਵਿੱਚ ਕਿਸੇ ਵੀ ਸ਼ਾਪ 'ਤੇ ਚਲੇ ਜਾਣ ਵੀ ਉਹਨਾਂ ਨੂੰ ਮੈਡੀਸਨ ਅਵੇਲੇਬਲ ਹੋਵੇ। ਲੇਕਿਨ ਅਨਫੋਰਚੂਨੇਟਲੀ ਕੁਝ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਦਿਖਣ ਆਇਆ ਕੋਈ ਮੋਨੋਪੋਲੀ ਸਿਸਟਮ ਹੋ ਗਿਆ ਹੈ। ਪਿਛਲੇ ਦਿਨੋਂ ਸਰਕਾਰ ਦੀ ਇਹ ਵੀ ਬਾਤ ਆਈ ਥੀ ਵੀ ਉਹ ਸਿਰਫ ਡਾਕਟਰ ਦੇ ਸਾਲਟ ਲਿਖਣਗੇ, ਉਹ ਜਿਹੜਾ ਮਰਜ਼ੀ ਚਾਹੇ ਜਨਰਿਕ ਦੇ ਦੇਣ ਜੇ ਕੋਈ ਇਸ ਤਰ੍ਹਾਂ ਅਫੋਰਡ ਨਹੀਂ ਕਰ ਸਕਦਾ ਜਾਂ ਕੋਈ ਐਥੀਕਲ ਦੇ ਵਿੱਚ ਲਿਖ ਦੇਣ। ਲੇਕਿਨ ਇਹ ਜਿਹੜਾ ਪ੍ਰੋਸੈਸ ਹੈ ਸਿਰਫ ਸਾਲਟ ਦਾ ਨਾਮ ਲਿਖਣ ਦਾ ਗੌਰਮੈਂਟ ਦੇ ਅੰਡਰ ਪ੍ਰਪੋਜ਼ਲ ਹੈ। ਹੁਣ ਆਉਣ ਵਾਲੇ ਵਕਤ ਦੇ ਵਿੱਚ ਦੇਖਦੇ ਹਾਂ ਵੀ ਪੰਜਾਬ ਨਵੀਂ ਸਰਕਾਰ ਬਣਨ ਜਾ ਰਹੀ ਹੈ। ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਮਿਲਾਂਗੇ ਵੀ ਸਿਲਸਿਲੇ ਦੇ ਵਿੱਚ ਵੀ ਤਾਂ ਕਿ ਜੇ ਡਾਕਟਰਸ ਸਾਹਿਬਾਨ ਉਹ ਲਿਖ ਦਿਆ ਕਰਨ ਸਾਲਟ ਤਾਂ ਉਹ ਕਿਸੇ ਵੀ ਕੰਪਨੀ 'ਚ ਦਿੱਤਾ ਜਾ ਸਕਦਾ ਹੈ। ਲੋਕਾਂ ਨੂੰ ਹਰਾਸਮੈਂਟ, ਲੋਕਾਂ ਦੀ ਪਰੇਸ਼ਾਨੀ ਘਟ ਸਕਦੀ ਹੈ। ਜਿਹੜੇ ਸਾਲਟ ਲਿਖੇ ਜਾਂਦੇ ਆ ਡਾਕਟਰਾਂ ਵੱਲੋਂ, ਕਿਆ ਇਹਦੇ 'ਚ ਫ਼ਰਕ ਹੁੰਦਾ ਹੈ? ਕਿਆ ਮਹਿੰਗੇ ਸਾਲਟ ਵੀ ਹੁੰਦੇ ਆ ਔਰ ਸਸਤੇ ਸਾਲਟ ਹੁੰਦੇ ਆ ਜਾਂ ਕੰਪਨੀਆਂ ਮਹਿੰਗੀਆਂ ਔਰ ਸਸਤੀਆਂ ਹੁੰਦੀਆਂ? ਨਹੀਂ ਸਰ, ਸਾਲਟ ਨਹੀਂ ਮਹਿੰਗੇ ਹੁੰਦੇ। ਸਾਲਟਾਂ ਦੇ ਜੋ ਕੀਮਤ ਹੈ ਇੱਕ ਰਾ ਮਟੀਰੀਅਲ ਦੀ ਉਹ ਬਿਲਕੁਲ ਇੱਕੋ ਹੀ ਹੁੰਦੀ ਹੈ। ਲੇਕਿਨ ਜਿਹੜਾ ਜੈਨਰਿਕ ਵਰਸ਼ਨ ਆ ਉਹਦੇ ਵਿੱਚ ਐਕਸਾਈਡ ਜਿਹੜੀ ਡਿਊਟੀ ਆ ਉਹ 43% ਘੱਟ ਹੁੰਦੀ ਹੈ। ਜਿਹੜੇ ਐਥੀਕਲ ਬ੍ਰਾਂਡ ਨੇ ਜਾਂ ਜਿਹਨਾਂ ਅਸੀਂ ਮਲਟੀਨੈਸ਼ਨਲ ਕੰਪਨੀ ਕਹਾਂਗੇ, ਮਸਲਨ ਗਲੈਕਸੋ ਹੈ, ਫਾਈਜ਼ਰ ਹੈ, ਐਵਟ ਹੈ, ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹ 43% ਐਕਸਟਰਾ ਪੇ ਕਰਦੀਆਂ। ਦੂਸਰੀ ਬਾਤ ਇਹ ਹੈ ਜਿਹੜਾ ਉਹਨਾਂ ਦੀ ਮਸ਼ੀਨਰੀ ਹੁੰਦੀ ਹੈ ਉਹਨਾਂ ਦੇ ਪ੍ਰੋਸੈਸ ਜ਼ਿਆਦਾ ਹੁੰਦੇ। ਮਸਲਨ ਮੈਂ ਇੱਕ ਮਿਸਾਲ ਤੁਹਾਨੂੰ ਦਿੰਦਾ, ਸਾਡੀ ਇੱਕ ਜਨਰਿਕ ਦੇ ਵਿੱਚ ਸੈਟਰਾਜਿਨ ਸਿੰਪਲ ਗੋਲੀ ਹੈ, ਐਂਟੀ ਐਲਰਜੀ ਗੋਲੀ ਹੈ। ਉਹ ਜੇ ਅਸੀਂ ਜਨਰਿਕ ਦੇ ਵਿੱਚ 2-4 ਰੁਪਏ ਦਾ ਪਤਾ ਹੈ, ਲੇਕਿਨ ਜਿਹੜਾ ਗਲੈਕਸੋ ਦੇ ਵਿੱਚ ਥਾ ਉਹਦੇ 17 ਪ੍ਰੋਸੈਸ ਤੇ ਉਹਦੀ ਪਿਓਰੀਫਿਕੇਸ਼ਨ ਲਈ ਉਹਦੀ ਪੈਕ ਸਾਰਾ ਕੁਝ ਉਹ ਤਾਂ 3-4 ਰੁਪਏ ਦੀ ਟੇਬਲੇਟ ਦੀ। ਸਰ ਇਸ ਤਰ੍ਹਾਂ ਜਿਹੜੀਆਂ ਹੈ ਉਹ ਕੋਸਟਲੀ ਮੈਡੀਸਨ ਹੋ ਜਾਂਦੀ ਹੈ। ਇਸ ਕਰਕੇ ਗੌਰਮੈਂਟ ਨੇ ਇੱਕ DPC ਵੀ ਬਣਾਇਆ ਹੋਇਆ ਹੈ ਵੀ ਜਿਹੜੀਆਂ ਪ੍ਰਾਈਸ ਅੰਡਰ ਕੰਟਰੋਲ ਹੋਣਗੀਆਂ ਮੈਡੀਸਨ। ਲੇਕਿਨ ਬੜੇ ਅਫਸੋਸ ਵਾਲੀ ਬਾਤ ਹੈ ਵੀ ਗੌਰਮੈਂਟ ਕਈ ਕੰਪਨੀਆਂ ਦੇ ਤਾਂ ਕੰਟਰੋਲ ਹੋ ਰਹੇ ਹਨ ਦਵਾਈਆਂ ਦੇ ਵਿੱਚ ਪ੍ਰਾਈਸ, ਕਈ ਕੰਪਨੀਆਂ ਦੇ ਵਿੱਚ ਨਹੀਂ ਹੋ ਰਿਹਾ ਹੈ। ਇਹਦੇ ਬਾਰੇ ਕੋਈ ਕਾਨੂੰਨ ਨਹੀਂ ਹੈ ਕਿ ਵੀ ਕੋਈ ਕਾਨੂੰਨ ਹੋਵੇ ਕਿ ਵੀ ਹਾਂ ਮੈਡੀਸਿਨ 'ਤੇ ਅਸੀਂ ਕੰਟਰੋਲ ਕਰਨਾ ਹੈ? ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਜਿੰਨਾ ਪੈਟਰੋਲ ਜ਼ਰੂਰੀ ਹੈ ਉਨੇ ਹੀ ਲਾਈਫਲਾਈਨ ਵਾਸਤੇ ਮੈਡੀਸਿਨ ਜ਼ਰੂਰੀ ਹੈ। ਕਿਤੇ ਕੋਈ ਇੱਦਾਂ ਦੀ ਕੋਈ ਗੱਲ ਆਈ ਹੈ ਕਿ ਵੀ ਮੈਡੀਸਿਨ ਦੀ ਵੀ ਜਿਹੜੀ ਰੇਟ ਹੈ ਕੰਟਰੋਲ ਹੋਣੇ ਚਾਹੀਦੇ?
ਸਰ ਮੈਡੀਸਨ ਦੇ 350 ਕੋ 348 ਆਈਟਮਾਂ ਨੇ ਜਿਨ੍ਹਾਂ ਪਰ DPC ਐਕਟ ਲਾਗੂ ਹੈ, ਲੇਕਿਨ ਅਫਸੋਸ ਦੀ ਗੱਲ ਇਹ ਹੈ ਵੀ ਕਈ ਹੋਰ ਕੰਪਨੀਆਂ ਉਹਨਾਂ ਨੂੰ ਮੋਲੀਕੂਲ ਨੂੰ ਲਈਆਂ, ਲੇਕਿਨ ਉਹਨਾਂ ਪਰ ਕੋਈ ਕੰਟਰੋਲ ਨਹੀਂ ਹੈ ਵੀ ਜਿਨ੍ਹਾਂ ਪਰ ਤਾਂ ਬਿਲਕੁਲ ਨੋਮੀਨਲ ਚਾਰਜ ਨੇ, ਜਿਹਨਾਂ ਨੂੰ ਆਪਾਂ DPC ਕਹਿੰਦਾ ਉਹਦੇ ਵਿੱਚ ਸ਼ੂਗਰ ਦੀਆਂ ਬਹੁਤ ਦਵਾਈਆਂ ਹਨ, ਲੇਕਿਨ ਜਿਹੜੀਆਂ ਦੂਸਰੀਆਂ ਕੰਪਨੀਆਂ ਇਹ ਕੰਪਨੀਆਂ ਤੋਂ ਇਲਾਵਾ ਬਣਾਉਂਦੀਆਂ ਹਨ ਉਹਨਾਂ ਪਰ ਪ੍ਰਾਈਸ ਕੰਟਰੋਲ ਨਹੀਂ ਹੈ। ਲੇਕਿਨ ਇਹ ਗੌਰਮੈਂਟ ਨੂੰ ਜਾਂ ਸਾਡੇ ਡਰੱਗ ਕੰਟਰੋਲਰ ਸਾਹਿਬ ਨੂੰ ਜਾਂ ਜਿਹੜੇ ਸਾਡੇ ਇਸ਼ੂ ਕਰਦੇ ਨੇ ਬੜੀ ਉੱਪਰ ਸੈਂਟਰ ਦੇ ਵਿੱਚ ਹੈ ਕੈਮੀਕਲ ਐਂਡ ਫਰਟੀਲਾਈਜ਼ਰ ਮਿਨਿਸਟਰੀ, ਉਹਨੂੰ ਇਸ ਬਾਰੇ ਦੇਖਣਾ ਚਾਹੀਦਾ ਹੈ ਵੀ ਉਹ ਜਿਹੜੀਆਂ ਅਸੀਂ 348 ਦਵਾਈਆਂ DPC ਉਹਦੇ ਵਿੱਚ ਲਿਆਂਦੀਆਂ ਥੀਆਂ, ਪ੍ਰਾਈਸ ਕੰਟਰੋਲ ਦੇ ਵਿੱਚ ਲਿਆਂਦੀਆਂ ਥੀਆਂ, ਲੇਕਿਨ ਹੋਰ ਕੰਪਨੀਆਂ ਦੇ ਵਿੱਚ ਉਹ MRP ਕਿਉਂ ਜ਼ਿਆਦਾ ਲਿਖਿਆ ਹੁੰਦਾ ਵੀ ਉਹ COVID-19 'ਚ ਉਹਨਾਂ ਨੇ ਬਹੁਤ ਅੱਛਾ ਕੰਮ ਦਿੱਤਾ ਹੈ ਔਰ ਬਹੁਤ ਅੱਛਾ ਕੰਮ ਕੀਤਾ ਬਾਵਜੂਦ ਇਸ ਦੇ ਵੀ COVID-19 ਦੇ ਜਦ ਡਾਕਟਰ ਪਰੇ ਹੋ ਗਏ ਤਾਂ ਦਵਾਈਆਂ ਲੈਣ ਆਪਣੇ ਰੋਟੇਸ਼ਨ ਬੇਸ 'ਤੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ, ਸਰ ਚੈਰਿਟੀ ਕੀਤੀ, ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸੈਨੀਟਾਈਜ਼ਰ ਜਾਂ ਮਾਸਕ ਵਗੈਰਾ ਡੋਨੇਟ ਕਰੋ, ਅਸੀਂ ਗੌਰਮੈਂਟ ਨੂੰ ਵੀ ਡੋਨੇਟ ਕੀਤੇ, ਅਸੀਂ ਜਿਹੜੀਆਂ ਐਸੋਸੀਏਸ਼ਨਾਂ ਨੇ ਜਾਂ ਤਨਜ਼ੀਮਾਂ ਨੇ ਅਸੀਂ ਉਹਨਾਂ ਨੂੰ ਵੀ ਆਪਣੇ ਬਿਹਾਫ 'ਤੇ ਦਿੱਤੇ। ਅਸੀਂ ਸਰਕਾਰ ਨੂੰ ਰਿਕੁਐਸਟ ਕੀਤੀ ਸੀ ਵੀ ਫਾਰਮਾਸਿਸਟਾਂ ਨੂੰ ਜਾਂ ਕੈਮਿਸਟਾਂ ਨੂੰ ਫਰੰਟ ਲਾਈਨ ਬੈਰੀਅਰ ਡਿਕਲੇਅਰ ਕੀਤਾ ਜਾਣਾ ਚਾਹੀਦਾ, ਲੇਕਿਨ ਮੈਨੂੰ ਅਫਸੋਸ ਹੈ ਸਾਨੂੰ ਕਿਸੇ ਨੇ ਵੀ ਮਾਨਤਾ ਨਹੀਂ ਦਿੱਤੀ ਜਾਂ ਸਾਡੀਆਂ ਸਰਵਿਸਾਂ ਨੂੰ ਕਿਸੇ ਨੇ ਵੀ ਸਰਾਹਿਆ ਨਹੀਂ ਹੈ। ਲੇਕਿਨ ਅਸੀਂ ਇੰਨੇ ਕੁ ਆਪਣੇ ਬਿਹਾਫ 'ਤੇ ਸੈਟੀਸਫਾਈ ਹਾਂ ਵੀ ਜੋ ਵੀ ਸਾਡੇ ਮੁਲਕ 'ਤੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੈ, ਲੇਕਿਨ ਸਾਡੇ ਕਮਿਸਟ ਵੀਰਾਂ ਨੇ ਜਾਂ ਸਾਡੇ ਮੈਂਬਰਸ ਨੇ ਬੜੇ ਹੌਸਲੇ ਨਾਲ ਹਿੰਮਤ ਨਾਲ ਅਸੀਂ ਸਰਵਿਸਿਜ਼ ਮੁਹੱਈਆ ਕਰਾਈਆਂ। ਤੁਸੀਂ ਸਾਨੂੰ ਇੱਕ ਸੰਦੇਸ਼ ਦੇ ਸਕਦੇ ਹੋ ਸਰਕਾਰ ਵਾਸਤੇ, ਆਮ ਜਨਤਾ ਵਾਸਤੇ? ਸੰਦੇਸ਼ ਤਾਂ ਆਮ ਜਨਤਾ ਲਈ ਇਹੀ ਹੈ ਵੀ ਉਹ ਅੱਛੀਆਂ ਦਵਾਈਆਂ ਲੈਣ ਅਤੇ ਅੱਛੇ ਲੋਕਾਂ ਤੋਂ ਦਵਾਈਆਂ ਲੈਣ, ਪ੍ਰਾਈਸ ਦੇ ਪਿੱਛੇ ਨਾ ਪੈਣ, ਤਾਂ ਕਿ ਇਹਨਾਂ ਨੂੰ ਪਤਾ ਹੈ ਵੀ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬੜੀਆਂ ਸਪੂਰੀਅਸ ਜਾਂ ਡੁਪਲੀਕੇਟ ਮੈਡੀਸਨ ਆ ਰਹੀਆਂ ਹਨ। ਕੁਛ ਲੋਕ ਸੈਂਪਲਾਂ ਦੀਆਂ ਦਵਾਈਆਂ ਖਾਂਦੇ ਨੇ ਵੀ ਇਹ ਓਰੀਜਨਲ ਹੁੰਦੀਆਂ ਹਨ, ਹਾਲਾਂਕਿ ਹਕੀਕਤ ਤੋਂ ਇਹ ਬਹੁਤ ਪਰੇ ਬਾਤ ਹੈ ਵੀ ਸੈਂਪਲ ਓਰੀਜਨਲ ਹੁੰਦੇ ਹਨ। ਅੱਜ ਕੱਲ੍ਹ ਬਹੁਤ ਇੱਕ ਬੜਾ ਬਹੁਤ ਲੋਕ ਇਹ ਕੰਮ ਦੇ ਵਿੱਚ ਲੱਗੇ ਹੋਏ ਨੇ। ਸਰਕਾਰ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਰਿਕੁਐਸਟ ਕਰੂੰਗਾ ਵੀ ਉਹ ਕਿਸੇ ਵੀ ਨਵੀਂ ਪੋਲਿਸੀ ਬਣਾਉਣ ਤੋਂ ਪਹਿਲਾਂ ਸਾਡੇ ਐਸੋਸੀਏਸ਼ਨ ਨੂੰ ਵੀ ਉਹਦੇ ਵਿੱਚ ਸ਼ਾਮਲ ਕਰੇ, ਸਾਡੀ ਵੀ ਫੀਡਬੈਕ ਲਵੇ, ਸਾਨੂੰ ਕੀ ਸਮੱਸਿਆਵਾਂ ਆ ਰਹੀਆਂ ਹਨ, ਅਸੀਂ ਕੀ ਉਹਨਾਂ ਨੂੰ ਕੀ ਮਸ਼ਵਰੇ ਦੇ ਸਕਦੇ ਹਾਂ ਕਿ ਆਮ ਜਨਤਾ ਤੱਕ, ਤਾਂ ਕਿ ਆਮ ਜਨਤਾ ਤੱਕ ਜਾਂ ਜੋ ਸ਼ਹਿਰੀ ਤੋਂ ਇਲਾਵਾ ਵੀ ਜਿਹੜੇ ਸਾਡੇ ਭਰਾ ਕਸਬਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਰਹਿੰਦੇ ਹਨ ਅਸੀਂ ਉਹਨਾਂ ਨੂੰ ਬੈਸਟ ਸਰਵਿਸਿਜ਼ ਦੇ ਸਕੀਏ। ਤੁਸੀਂ ਦੇਖ ਰਹੇ ਸੀ ਕਿ ਕਿੱਦਾਂ ਜਿਹੜਾ ਮੈਡੀਕਲ ਐਸੋਸੀਏਸ਼ਨ ਹੈ, ਮੈਡੀਕਲ ਦਵਾਈਆਂ ਦੇ ਜਿਹੜੇ ਲੋਕ ਹੈ, ਦਵਾਈਆਂ ਵੇਚ ਕੇ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਆਪਣੀ ਜਾਨ ਜੋਖਮ 'ਚ ਪਾ ਕੇ ਲੋਕਾਂ ਤੱਕ ਦਵਾਈਆਂ ਪਹੁੰਚਾਈਆਂ, ਰੋਟੇਸ਼ਨ ਵਾਈਜ਼ ਦਵਾਈਆਂ ਪਹੁੰਚਾਈਆਂ, ਸੋਸ਼ਲ ਵਰਕ ਵੀ ਕੀਤਾ, ਲੇਕਿਨ ਅੱਜ ਉਹਨਾਂ ਦੀ ਜਿਹੜੀ ਗੱਲ ਹੈ, ਉਹਨਾਂ ਦੀ ਬਾਤ ਹੈ, ਉਹ ਸੁਣਵਾਈ ਬਿਲਕੁਲ ਵੀ ਨਹੀਂ ਹੈ। ਉਹ ਚਾਹੁੰਦੇ ਨੇ ਕਿ ਮਾਰਕੀਟ ਦੇ ਵਿੱਚ ਆਮ ਜਨਤਾ ਦਾ ਵੀ ਫਾਇਦਾ ਹੋਵੇ ਤੇ ਸਾਡਾ ਵੀ ਫਾਇਦਾ ਹੋਵੇ, ਲੋਕ ਵੀ ਖੁਸ਼ ਰਹਿਣ ਤੇ ਅਸੀਂ ਵੀ ਖੁਸ਼ ਰਹੀਏ। ਇਸੇ ਤਰ੍ਹਾਂ ਜਿਹੜੀ ਹੈ ਦੁਨੀਆ ਦੋਨਾਂ ਦੀ ਖੁਸ਼ੀ ਨਾਲ ਚੱਲਦੀ ਰਹੇ। ਵੈਨਿਸ ਟਾਈਮਜ਼ ਲਈ ਹੁਸੈਨ ਸ਼ੇਖ, ਮੁਹੰਮਦ ਅਮਜਦ ਦੇ ਨਾਲ।